दोहरा इस प्रकार श्री सतगुरु सिखन करें संभार। पर पर पूर लंगावई अत पव जलते पार। वाहिगुरु जी का खालसा वाहिगुरु जी की फतेह। जेता जियो पिंड सब तेरा तू अंतर जामी पुरख भगवान। दासन दास कहे जान नानक जेहा तू कराए तेहा हाँ करी वखयान। ज़हरा ज़हूर चवर छतर तख्त दे मालक धन श्री गुरु ग्रंथ साहब जी महाराज जिन्हां दी हजूरी दे अंदर संध्या दे दीवान सजे हन। सजे हुए दीवानां दे विच गुर इतिहास दी कथा आप सब संगतां बड़े प्रेम नाल सरवण करदियां हो। साहिबां दे बचन बाबाणियां कहानियां पुत सपुत करेन। जड़ियां साडियां बाबे कियां गुरु कियां साखियां ने अगर इनू सुन लईए सुन के मन लईए ते पुत्र तो सपुत्र हो जाइदा। पुत्र भाव मनमुख ते सपुत्र भाव गुरमुख। मनमुख तो जीवन गुरमुख वाला हो जाता। आप सब सतगुरु महाराज जी दे हजूर साहिबे कमाल धन धन श्री गुरु गोबिंद सिंह जी महाराज जी दा पावन इतिहास बड़े प्रेम नाल बहुत श्रद्धा नाल सुनते। साहिबे कमाल सतगुरु ने अपने जीवन दे विच एक मनुख जिहड़ा गुरु नानक साहब ने घड़ना शुरू किया सी उन्हें पूर्ण किया। एक अणघड़िया मनुख जिन्हों पूर्ण करके गुरु का दर्जा दिता। अगर उहदे अंदर गुरु वस जाए फिर उन्होंने क्या आपे गुर चेला। पंजां दे रूप दे अंदर एक गुरु साहब का कमाल सी। उन्हों का इतिहास जिहड़ा ना जे किसी को प्यार वाली दृष्टि होवे वो उस तरह समझदा ते जे कोई बहादुर योद्धे वाले पक्षों देखे तो उन्हें उदा देखना। पर एक सिख जिहड़ा ना उस सतगुरु दे प्रेम विच अगर जीवे तो गुरु दी बख्शिश का पात्र बन सकता। प्रसंग जिहड़े रोज़ जदों सुनते हैं रोज़ सतगुरु महाराज जी ते तरह तरह दियां औकड़ां पैंदियां ने। 9 साल की उम्र च गुरगद्दी ते बैठे साहिब जी ते इस जगत दे विच
ਦੁਸ਼ਮਣ ਅਨੇਕ ਨੇ, ਪਰ ਕੌਮ ਨੂੰ ਸਿਰਜਦੇ ਨੇ ਤੇ ਇਹਦੇ ਅੰਦਰ ਇੱਕ ਸ਼ਕਤੀ ਭਰਦੇ ਨੇ ਜਿਹਦੇ ਨਾਲ ਇਹ ਭਗਤੀ ਵਿੱਚ ਵੀ ਪਰਪੱਕ ਹੋਵੇ ਤੇ ਸ਼ਕਤੀ ਵਿੱਚ ਵੀ। ਇਹ ਦੋਨੋਂ ਪੱਖਾਂ ਤੋਂ ਸਤਿਗੁਰੂ ਨੇ ਪੂਰਾ ਕੀਤਾ ਹੈ। ਹੁਣ ਕੱਲ ਜਿਹੜਾ ਪ੍ਰਸੰਗ ਸੀ ਭਾਈ ਨੰਦ ਸਿੰਘ ਦਾ ਪ੍ਰਸੰਗ ਸੀ, ਉਹਨੂੰ ਦੱਸਿਆ ਕਿ ਦਰਵੇਸ਼ ਕਿਦਾਂ ਦਾ ਹੁੰਦਾ ਤੇ ਇੱਕ ਗ੍ਰਸਤੀ ਕਿਦਾਂ ਦਾ ਹੁੰਦਾ। ਇਹ ਦੋ ਜੀਵਨ ਜਾਚ ਹੈ। ਦੇਖੋ ਦਰਵੇਸ਼ ਹੋਣਾ ਵੀ ਸੌਖਾ ਨਹੀਂ ਹੈ। ਰੇ ਮਨ ਐਸੋ ਕਰ ਸੰਨਿਆਸਾ। ਹੁਣ ਸੰਨਿਆਸ ਮਤਲਬ ਇਹ ਨਹੀਂ ਕਿ ਘਰ-ਬਾਰ ਛੱਡ ਕੇ ਚਲੇ ਗਏ। ਸੰਨਿਆਸ ਤਾਂ ਇਹ ਹੈ ਇੰਦਰੀਆਂ ਨੂੰ ਸਾਧ ਕੇ ਪਰਮੇਸ਼ਰ 'ਚ ਮਿਲਣਾ। ਅਸਲ ਗੱਲ ਇਹ ਹੈ ਧਰਮ ਜਿਤਨੇ ਵੀ ਨੇ ਮਕਸਦ ਉਹਨਾਂ ਦਾ ਇਹੀ ਸੀ ਪਰਮੇਸ਼ਰ ਨੂੰ ਮਿਲਣਾ, ਪਰ ਸਭ ਉਲਝ ਗਏ। ਤੇ ਗੁਰੂ ਸਾਹਿਬ ਫਿਰ ਵੀ ਸੇਧ ਦਿੰਦੇ, ਰੇ ਮਨ ਐਸੋ ਕਰ ਸੰਨਿਆਸਾ ਬਨਸੇ ਬਦਨ ਸਭੈ ਕਰ ਸਮਝੋ ਮਨ ਹੀ ਘਰ ਹੀ ਮਾਹੇ ਉਦਾਸਾ। ਕਹਿੰਦੇ ਘਰੇ ਉਦਾਸ ਹੋਣਾ, ਇੱਥੇ ਹੀ ਰਹਿ ਕੇ ਗ੍ਰਸਤ ਵਿੱਚ ਰਹਿ ਕੇ ਨਿਰਲੇਪ ਹੋ ਜਾ। ਕਿੱਦਾਂ ਹੋ ਜਾ? ਗੁਰੂ ਨਾਨਕ ਸਾਹਿਬ ਨੇ ਜਾਚ ਸਿਖਾਈ ਹੈ। ਪੁੱਤਰ ਵੀ ਹੈ, ਪਤਨੀ ਵੀ ਹੈ, ਮਾਤਾ ਪਿਤਾ ਵੀ ਨੇ, ਪਰ ਅੰਦਰੋਂ ਜੁੜੇ ਹੋਏ ਨੇ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਭ ਪਰ ਹੈ ਪਰ ਜੁੜੇ ਹੋਏ ਹੈ। ਤੇ ਕਦੀ ਉਹਨਾਂ ਦੇ ਲਈ ਇਸ ਬਾਹਰੀ ਸੰਸਾਰ ਕੋਈ ਦੁੱਖ ਨਹੀਂ ਦੇ ਸਕਿਆ। ਹੁਣ ਦਰਵੇਸ਼ ਹੋਵੇ ਤੇ ਕੋਈ ਐਸਾ ਹੋਵੇ ਕਿ ਆਪਣੜੇ ਗਰੀਬਾਨ ਮੈਂ ਸਿਰ ਨੀਵਾਂ ਕਰ ਦੇਖ, ਕੋਈ ਦੇਖੇ ਆਪਣੇ ਅੰਦਰ ਆਪਣੇ ਔਗਣਾਂ ਨੂੰ ਤੇ ਕੱਢੇ ਬਾਹਰ। ਤੇ ਜੇ ਗ੍ਰਸਤੀ ਹੋਵੇ ਤੇ ਫਿਰ ਉਦਾਹਰਣ ਇੱਕ ਕਬੂਤਰ ਤੇ ਕਬੂਤਰੀ ਵਾਲੀ, ਕਿ ਇੱਕ ਬੰਦਾ ਜੰਗਲ ਦੇ ਅੰਦਰ ਠੰਡ ਦੇ ਵਿੱਚ ਆਉਂਦਾ, ਠਰੂ ਠਰੂ ਕਰਦਾ ਪਿਆ, ਤੇ ਕਬੂਤਰ ਉਹਨਾਂ ਦੇ ਲਈ ਕਿਵੇਂ ਸੁੱਕੀਆਂ ਲੱਕੜੀਆਂ ਆਲਣੇ 'ਚ ਸੁੱਟਦੇ, ਇਕੱਠੇ ਕਰਦੇ, ਫਿਰ ਅੱਗ ਲੈ ਕੇ ਆਉਂਦੇ, ਫਿਰ ਅਗਨ ਬਾਲ ਕੇ ਉਸ ਦੀ ਸ਼ੀਤਲਤਾ ਜਿਹੜਾ ਉਹ ਠੰਡ ਵਿੱਚ ਠਰੂ ਠਰੂ ਕਰਦਾ ਸੀ ਉਹਨੂੰ ਖਤਮ ਕਰਦੇ। ਫਿਰ ਉਹਦੀ ਭੁੱਖ ਮਿਟਾਉਣ ਲਈ ਆਪਣੀਆਂ ਜਾਨਾਂ ਮਾਰਦੇ ਨੇ। ਗੁਰੂ ਸਾਹਿਬ ਮਹਾਰਾਜ ਨੇ, ਹਾਲਾਂਕਿ ਇਹ ਇੱਕ ਉਦਾਹਰਣ ਬਾਹਰੀ ਹੈ, ਲੇਕਿਨ ਅਸਲ ਵਿੱਚ ਇਹ ਹੈ ਕਿ ਗੁਰਸਿੱਖਾਂ ਦੀ ਸੇਵਾ ਕਰਕੇ ਜੋ ਪ੍ਰਾਪਤ ਹੁੰਦਾ ਹੈ ਉਹ ਸਾਡੇ ਅੰਦਰ ਨਿਰਮਾਣਤਾ ਭਰਦਾ ਹੈ। ਅੱਜ ਖਿਮਾ ਕਰਨਾ, ਉਹ ਸਾਡੇ ਜੀਵਨ ਵਿੱਚ ਇਹ ਗੱਲਾਂ ਖਤਮ ਹੁੰਦੀਆਂ ਜਾ ਰਹੀਆਂ ਨੇ। ਸਾਡਾ ਪਿਆਰ ਖਤਮ ਹੁੰਦਾ ਜਾ ਰਿਹਾ, ਭਾਵਨਾ ਜਿਹੜੀ ਸਿੱਖਾਂ ਦੀ ਸੇਵਕਾਂ ਦੀ ਸੀ ਉਹ ਮਿਟਦੀ ਜਾ ਰਹੀ ਹੈ। ਰਿਸ਼ਤੇ ਬਸ ਬਾਹਰੀ ਰਹਿ ਗਏ। ਪਰ ਕਿੱਥੇ ਕੋਈ ਨਾਮ ਜਪਣ ਵਾਲਾ ਸਾਡੇ ਘਰ ਆ ਜਾਏ ਤੇ ਅਸੀਂ ਉਹਦੀ ਸੇਵਾ ਕਰੀਏ ਤੇ ਅਸੀਂ ਉਸ ਨੂੰ ਪ੍ਰਸ਼ਾਦਾ ਛਕਾਈਏ, ਤੇ ਕਿਤੇ ਉਹ ਕਿਰਪਾ ਕਰਕੇ ਇੱਕ ਬਚਨ ਕਰਦੇ ਤੇ ਸਾਡੇ ਅੰਦਰ ਨਾਮ ਵਸ ਜਾਏ ਨਾ, ਤੇ ਸਾਡੀਆਂ ਕੁਲਾਂ ਤਰ ਜਾਣਗੀਆਂ। ਤੇ ਜਦੋਂ ਭਾਈ ਨੰਦ ਸਿੰਘ ਨੂੰ ਸਮਝਾਇਆ, ਕਹਿੰਦਾ ਮਹਾਰਾਜ ਮੈਂ ਗ੍ਰਸਤੀ ਬਣਾਂਗਾ। ਫਿਰ ਸਤਿਗੁਰੂ ਨੇ ਦੱਸਿਆ, ਭਾਈ ਪੂਰਬਲਾ ਜਨਮ ਵੀ ਹੈ ਤੇਰਾ, ਤੂੰ ਸਾਡੇ ਘੋੜਿਆਂ ਦਾ ਸੇਵਕ ਸੀ, ਪਰ ਜਦੋਂ ਤੂੰ ਘੋੜਿਆਂ ਨੂੰ ਸਾਂਭਦਾ ਸੀ ਇੱਕ ਦਿਨ ਤੂੰ ਦਾਣਾ ਨਹੀਂ ਪਾਇਆ, ਤੇ ਅਸੀਂ ਤੈਨੂੰ ਪੁੱਛਿਆ ਦਾਣਾ ਪਾਇਆ ਤੇ ਤੂੰ ਝੂਠ ਬੋਲਿਆ। ਕਹਿੰਦੇ ਫਿਰ ਉਹਦਾ ਫਲ ਤੈਨੂੰ, ਜਦੋਂ ਕਿਹਾ ਵੀ ਤੂੰ ਇਹ ਝੂਠ ਬੋਲਿਆ ਤੇ ਫਲ ਮਿਲਣਾ, ਫਿਰ ਮਾਫੀਆਂ ਮੰਗੀਆਂ ਨੇ। ਹੁਣ ਸਿੱਖੀ ਸੇਵਕੀ ਮਿਲੀ ਹੈ, ਸਿੱਖੀ ਕਮਾਉਣੀ ਹੈ ਗੁਰਸਿੱਖਾਂ ਕੀ ਟਹਿਲ ਕਰਕੇ ਔਰ ਨਾਮ ਜਪ ਕੇ। ਦੋ ਗੱਲਾਂ ਸਾਡੇ ਧਰਮ ਦੇ ਥੰਮ ਨੇ, ਜਿਨ੍ਹਾਂ ਚੋਂ ਇੱਕ ਤਾਂ ਹੈ, ਦੂਜਾ ਘਟਦਾ ਜਾ ਰਿਹਾ। ਦੋ ਨੇ, ਇੱਕ ਸਿਮਰਨ ਹੈ, ਇੱਕ ਸੇਵਾ। ਸੇਵਾ ਤਾਂ ਸਰੀਰਕ ਰੂਪ ਵਿੱਚ ਬਹੁਤ ਕਰਦੇ, ਪਰ ਜਿਹੜਾ ਸਿਮਰਨ ਹੈ ਨਾ, ਜਿਹਦੇ ਨਾਲ ਪਰਮੇਸ਼ਰ ਦੇ ਮਿਲਾਪ ਦਾ ਆਨੰਦ ਹੈ, ਉਹ ਨਹੀਂ ਹੋ ਰਿਹਾ।
ਸਿਮਰਨ ਨਹੀਂ ਹੋ ਰਿਹਾ। ਤੋ ਉਹ ਜਿੰਨਾ ਚਿਰ ਤੱਕ ਸਾਡੇ ਜੀਵਨ ਵਿੱਚ ਨਹੀਂ ਆਉਂਦਾ ਨਾ, ਪੰਥ ਚੜ੍ਹਦੀ ਕਲਾ 'ਚ ਨਹੀਂ ਜਾ ਸਕਦਾ। ਸਾਡੇ ਅੰਦਰ ਭੈ ਰਵੇਗਾ, ਡਰ ਰਵੇਗਾ। ਡਰ ਮਿਟਦੇ ਹੀ ਸਿਮਰਨ ਕਰਕੇ ਨੇ, ਵਰਨਾ ਡਰ ਮਿਟਦੇ ਨਹੀਂ ਹਨ। ਬੰਦਗੀ ਹੀ ਡਰ ਮਕਾਉਂਦੀ ਹੈ। ਮੌਤ ਦੇ ਭੈ ਤੇ ਦੁਨੀਆ ਦੇ ਭੈ, ਇਹ ਸਭ ਸਿਮਰਨ ਮਕਾਉਂਦਾ। ਤਾਂ ਗੁਰੂ ਕਿਰਪਾ ਕਰੇ, ਇਹ ਸਾਡੇ ਤੇ ਰਹਿਮਤ ਹੋਵੇ, ਬੰਦਗੀ ਵਾਲੇ ਪਾਸੇ ਚਲੀਏ। ਜ਼ਿਆਦਾ ਇਹਦੀ ਬੜੀ ਲੋੜ ਹੈ, ਬਹੁਤ ਲੋੜ ਹੈ। ਇੱਕ ਅੰਮ੍ਰਿਤ ਵੇਲੇ ਨਾਮ ਜਪਣ ਦੀ ਤੇ ਇੱਕ ਸ਼ਬਦ ਸੁਰਤ ਦੇ ਅਭਿਆਸ ਦੀ। ਫਿਰ ਇਹ ਆਪਾਂ ਹੁਣ ਨਾਲ ਨਾਲ ਵਿਚਾਰਦੇ ਜਾਵਾਂਗੇ। ਨਾਲੇ ਗੁਰ ਇਤਿਹਾਸ ਜਿਹੜਾ ਹੈ, ਹੁਣ ਅਗਲਾ ਪ੍ਰਸੰਗ ਹੈ ਭਾਈ ਮਾਲਾ ਸਿੰਘ ਤੇ ਲੌਰਾ ਸਿੰਘ ਦਾ, ਇਹ ਆਪਾਂ ਅੱਗੇ ਆਰੰਭ ਕਰੀਏ। ਤੋ ਕਰੋ ਮਨ ਬਿਰਤੀਆਂ ਨੂੰ ਇਕਾਗਰ, ਰਸਨਾ ਕਰੋ ਪਵਿੱਤਰ ਤੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਇਸ ਪ੍ਰਕਾਰ ਸ਼੍ਰੀ ਸਤਿਗੁਰੂ ਸਿੱਖਨ ਕਰੇ ਸੰਭਾਰ। ਇਸ ਤਰ੍ਹਾਂ ਸਤਿਗੁਰੂ ਜੀ ਮਹਾਰਾਜ ਸਿੱਖਾਂ ਨੂੰ ਸੰਭਾਲਦੇ ਨੇ, ਭਾਵ ਉਹਨਾਂ ਦੇ ਜੀਵਨ ਨੂੰ ਸਵਾਰਦੇ ਨੇ। ਸੰਭਾਲਣਾ ਮਤਲਬ ਜਿਹੜਾ ਜੀਵਨ ਤੋਂ ਥਿੜਕਦਾ ਹੈ ਉਹਨੂੰ ਸਹੀ ਰਾਹ ਤੇ ਪਾਉਂਦੇ ਨੇ। ਇਹ ਮੇਰੇ ਸਤਿਗੁਰੂ ਨੇ ਕੀਤਾ। ਗੁਰੂ ਸਰਾਪਦਾ ਨਹੀਂ, ਗੁਰੂ ਸਵਾਰਦਾ ਹੈ। ਇੱਕ ਤਾਂ ਹੁੰਦਾ ਜੇ ਸਰਾਪ ਦੇਤਾ ਤੇ ਕੁੱਲਾਂ ਖਤਮ ਹੋ ਗਈਆਂ। ਇੱਕ ਹੁੰਦਾ ਜੇ ਇੱਕ ਸਵਾਰਤਾ ਕਈ ਕੁੱਲਾਂ ਤਰ ਗਈਆਂ। ਤੇ ਗੁਰੂ ਨਾ ਸਵਾਰਦਾ, ਸਾਡਾ ਬੜਾ ਦਿਆਲੂ ਹੈ, ਰਹਿਮਤ ਦਾ ਘਰ ਹੈ। ਤੋ ਇਸ ਤਰ੍ਹਾਂ ਕਵੀ ਸੰਤੋਖ ਸਿੰਘ ਜੀ ਹੁਣ ਸ਼ੁਰੂ ਇੱਥੋਂ ਕਰਦੇ ਨੇ ਕਿ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪਣੇ ਸੇਵਕਾਂ ਦੀ ਸੰਭਾਲ ਕਰਦੇ ਨੇ। ਪਰ ਪਰ ਪੂਰ ਲੰਘਾਵਈ, ਅਤ ਪਵ ਜਲ ਤੇ ਪਾਰ। ਹੁਣ ਭਰ ਭਰ ਕੇ ਇਹਨਾਂ ਜਹਾਜ਼ਾਂ ਨੂੰ ਤੇ ਪਾਰ ਕਰਦੇ ਨੇ। ਭਵਜਲ ਜਿਹੜਾ ਹੈ, ਜਿਹਨੂੰ ਨਾ ਸਿੱਧ ਕਹਿੰਦੇ ਨੇ। ਸਿੱਧ ਕਿੱਥੇ? ਸੁਮੇਰ ਪਰਬਤ ਤੇ ਬੈਠੇ। ਤੇ ਗੁਰੂ ਨਾਨਕ ਮਹਾਰਾਜ ਨੂੰ ਕਹਿੰਦੇ ਦੁਨੀਆ ਸਾਗਰ ਦੁੱਤਰ ਗਈ ਹੈ, ਕਿਉਂ ਕਰ ਪਾਈਆ ਪਾਰੋ। ਦੁਨੀਆ ਤਾਂ ਬੜਾ ਔਖਾ, ਭਵ ਸਾਗਰ ਪਾਰ ਹੋਣਾ ਕਿਵੇਂ ਹੋਈ ਹੈ? ਤੇ ਗੁਰੂ ਸਾਹਿਬ ਨੇ ਦੱਸਿਆ ਵੀ ਹੋ ਸਕਦਾ ਭਾਈ, ਔਖਾ ਨਹੀਂ ਹੈ। ਕਿੱਦਾਂ ਹੋ ਸਕਦਾ? ਉਹ ਤਰੀਕਾ ਵੀ ਹੈ। ਜੈਸੇ ਜਲ ਮੈਂ ਕਮਲ ਨਿਰਾਲਮ। ਤੁਸੀਂ ਬਜ਼ੁਰਗਾਂ ਨੇ ਵੇਖਿਆ ਹੋਣਾ, ਕਦੀ ਧਿਆਨ ਨਾਲ ਪ੍ਰਕਿਰਤੀ ਵੱਲ ਵੀ ਕਦੀ ਦੇਖੀਏ ਤੇ ਬੜਾ ਕੁਝ ਮਿਲਦਾ। ਕਮਲ ਦਾ ਫੁੱਲ ਪਾਣੀ 'ਚ, ਚਿੱਕੜ 'ਚ ਗੰਦਾ ਹੀ ਨਹੀਂ ਹੁੰਦਾ, ਭਿੱਜਦਾ ਹੀ ਨਹੀਂ ਹੈ। ਭਾਵੇਂ ਲਹਿਰਾਂ ਪੈਣ, ਉੱਪਰ ਮੀਂਹ ਪਵੇ, ਭਿੱਜਦਾ ਹੀ ਨਹੀਂ, ਗਿੱਲਾ ਹੀ ਨਹੀਂ ਹੁੰਦਾ। ਮੁਰਗਾਬੀ ਵੀ ਦੇਖੀਏ ਨਾ, ਮੈਂ ਬੜੇ ਧਿਆਨ ਨਾਲ ਵੇਖਦਾ ਹੁੰਦਾ, ਕਿੰਨੀ ਥੱਲੇ ਜਾਂਦੀ ਹੈ, ਬਾਹਰ ਆਉਂਦੀ ਹੈ ਸੁੱਕੀ ਦੀ ਸੁੱਕੀ। ਸੰਸਾਰ ਵਿੱਚ ਗੁਰਸਿੱਖ ਵੀ ਏਦਾਂ ਹੀ ਰਹਿੰਦਾ। ਗੁਰੂ ਨਾਨਕ ਮਹਾਰਾਜ ਨੇ ਦੱਸਿਆ ਭਾਈ ਪਾਰ ਕਿੱਦਾਂ ਹੋਣਾ? ਸੁਰਤ ਸ਼ਬਦ ਭਵ ਸਾਗਰ ਤਰੀਏ। ਜਦੋਂ ਬਾਣੀ ਪੜ੍ਹਦੇ ਆ ਨਾ, ਦੋ ਮਨ ਹੋ ਜਾਂਦੇ ਨੇ, ਇੱਕ ਅੰਦਰਲਾ ਇੱਕ ਬਾਹਰਲਾ। ਜਦੋਂ ਅੰਦਰ ਬੰਦਗੀ ਵੱਧ ਜਾਂਦੀ ਹੈ ਨਾ, ਫਿਰ ਦੋ ਮਨ ਹੋ ਜਾਂਦੇ ਨੇ। ਅੰਦਰ ਵਾਲਾ ਸਿਮਰਨ ਕਰਦਾ ਰਹਿੰਦਾ, ਬਾਹਰ ਵਾਲਾ ਗੱਲਾਂ ਕਰਦਾ, ਗੱਲਬਾਤ ਕਰਦਾ, ਥੋੜੀ ਕਰਦਾ ਲੇਕਿਨ ਗੱਲ ਕਰਦਾ, ਪਰ ਅੰਦਰ ਵਾਹਿਗੁਰੂ ਵਾਹਿਗੁਰੂ ਚੱਲੀ ਜਾਂਦਾ। ਇਹਨੂੰ ਕਹਿੰਦੇ ਸੁਰਤ ਸ਼ਬਦ। ਧਿਆਨ ਸ਼ਬਦ ਵਿੱਚ ਹੈ, ਭਵ ਸਾਗਰ ਤਰੀਆ। ਫਿਰ ਇਹ ਸਾਗਰ ਨੂੰ ਤਰ ਜਾਈਦਾ। ਤਾਂ ਗੁਰੂ ਨਾਨਕ ਮਹਾਰਾਜ ਜੀ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਏਦਾਂ ਹੀ ਸੰਭਾਲ ਕਰਕੇ ਸੰਸਾਰ ਸਾਗਰ ਤੋਂ ਪਾਰ ਕਰਦੇ ਨੇ। ਨਿਸ਼ਾਨੀ ਚੰਦ ਬੀਤਿਓ ਮਾਸ ਵਿਸ਼ਾਖ ਸ਼ੁਭ, ਚੜ ਕਾਨਨ ਜਾਤੇ। ਕਹਿੰਦੇ ਹੁਣ ਵਿਸਾਖ ਦਾ ਮਹੀਨਾ ਜਿਹੜਾ ਹੈ,
ਉਹ ਬਤੀਤ ਹੋ ਗਿਆ ਹੈ। ਤਰਵਰ ਪੁਸ਼ਪਤ ਨਿਰਖਤੇ ਸ਼ੋਭਾ ਬੋ ਪਾਂਤੇ। ਤੇ ਦਰਖਤ ਜਿਹੜੇ ਨੇ ਉਹ ਬੜੇ ਸ਼ੋਭਨੀਕ ਹੋ ਗਏ, ਫੁੱਲ ਲੱਗੇ, ਫਲ ਲੱਗੇ, ਇਦਾਂ ਦਾ ਬਹਾਰੀ ਮੌਸਮ ਜਦੋਂ ਫਲਾਂ ਦਾ ਆਉਂਦਾ ਵੀ ਐਦਾਂ ਉਹ ਨਿਰਖ ਗਏ, ਸਵਰ ਗਏ ਨੇ। ਬਰਨ ਬਰਨ ਕੇ ਪੁਸ਼ਪ ਗਨ ਚਿਤ ਮੋਦੀ ਉਪਾਵੇ। ਤਰ੍ਹਾਂ ਤਰ੍ਹਾਂ ਦੇ ਜਿਹੜੇ ਫੁੱਲ ਨੇ, ਰੰਗ ਬਰੰਗੇ ਫੁੱਲ ਨੇ, ਚਿੱਤ ਨੂੰ ਖੁਸ਼ੀ ਦਿੰਦੇ ਨੇ। ਇਹ ਹੁਣ ਕੁਦਰਤ ਦੇਖਣ ਦਾ ਢੰਗ ਹੈ। ਕਾਦਰ ਨੂੰ ਕੁਦਰਤ ਦੇਖਣਾ, ਜਿਹਨੂੰ ਗੁਰੂ ਸਾਹਿਬ ਕਹਿੰਦੇ ਬਲਿਹਾਰੀ ਕੁਦਰਤ ਵਸਿਆ। ਮੈਂ ਇੱਕ ਗੁਰਸਿੱਖ ਨੂੰ ਵੇਖਦਾ ਹੁੰਦਾ ਸੀ, ਉਦੋਂ ਕਾਫੀ ਸਾਲ ਹੋ ਗਏ, ਸਮਝ ਨਹੀਂ ਪੈਂਦੀ ਸੀ। ਇੱਕ ਇੱਕ ਫੁੱਲ ਨੂੰ ਬੜੇ ਧਿਆਨ ਨਾਲ ਵੇਖਣਾ, ਤੇ ਮੈਂ ਵੇਖਣਾ ਵੀ ਫੁੱਲ 'ਚ ਕੀ ਵੇਖਦੇ। ਫਿਰ ਉਹਨਾਂ ਨੇ ਸਮਝਾਣਾ ਕਿ ਪੁੱਤਰ ਦੇਖ, ਇੱਕੋ ਹੀ ਫੁੱਲ ਕਿੰਨੇ ਤਰ੍ਹਾਂ ਦੇ ਰੰਗ ਲੱਗੇ ਨੇ, ਇਹਨੂੰ ਕਿੱਦਾਂ ਦਾ ਪਰਮੇਸ਼ਰ ਨੇ ਪੈਦਾ ਕੀਤਾ। ਬਾਕੀ ਪ੍ਰਕਿਰਤੀ ਨੂੰ ਵੇਖਣ ਦਾ ਨਜ਼ਰੀਆ। ਤੇ ਜਦੋਂ ਅਸੀਂ ਇਸ ਤਰ੍ਹਾਂ ਸੋਹਣੇ ਫੁੱਲਾਂ ਨੂੰ ਦੇਖੀਏ ਤੇ ਚਿੱਤ ਮੋਦ ਉਪਾਏ, ਚਿੱਤ ਦੇ ਵਿੱਚ ਖੁਸ਼ੀ ਦਿੰਦੇ ਨੇ। ਵਿਚਰੈ ਕਰਤ ਅਖੇਰ ਕੋ ਜਿਤ ਕਿਤ ਫੇਰ ਆਵੇ। ਸਤਿਗੁਰੂ ਮਹਾਰਾਜ ਜੀ ਜਦੋਂ ਚਿੱਤ ਆਉਂਦਾ, ਸ਼ਿਕਾਰ ਖੇਡ ਕੇ ਆਉਂਦੇ ਹਨ। ਜੈ ਕੋ ਨੀਤ ਦੇਖੇ ਸੁਨੇ ਚੜ ਦੁਸ਼ਟ ਬਿਡਾਰੇ। ਜਿੱਥੇ ਕੁਰੀਤੀਆਂ ਵੇਖਦੇ ਨੇ, ਭੈੜੇ ਕੰਮ ਵੇਖਦੇ ਹਨ, ਕੋਈ ਜ਼ਾਲਮ ਗਰੀਬਾਂ ਨੂੰ ਸਤਾਉਂਦਾ, ਉੱਥੇ ਫਿਰ ਸੋਧ ਵੀ ਦਿੰਦੇ ਨੇ। ਗੁਰੂ ਸਾਹਿਬ ਕਹਿੰਦੇ ਮੈਂ ਆਈ ਇਸ ਕਰਿਆ ਧਰਮ ਚਲਾਵਨ ਸੰਤ ਉਬਾਰਨ, ਦੁਸ਼ਟ ਸਬਨ ਕੋ ਮੂਲ ਉਪਾਰਨ। ਹੋਰ ਕੰਮ ਕੋਈ ਨਹੀਂ। ਸੰਤਾਂ ਨੂੰ ਉੱਚਾ ਚੱਕਣਾ, ਦੁਸ਼ਟਾਂ ਦਾ ਨਾਸ਼ ਕਰਨਾ। ਕਿਉਂਕਿ ਦੁਸ਼ਟ ਜਿਹੜਾ ਨਾ, ਉਹ ਕਿਸ ਹੱਦ ਤੱਕ ਜ਼ਾਲਮ ਹੋ ਜਾਂਦਾ। ਮੈਂ ਹੈਰਾਨ ਹੁੰਦਾ ਕਿ ਮੀਰ ਮੰਨੂ ਦੇ ਸਮੇਂ ਉਹਨਾਂ ਦੇ ਹਿਰਦੇ ਕਿੱਦਾਂ ਦੇ ਹੋਣਗੇ, ਜਿਨ੍ਹਾਂ ਨੂੰ ਇੱਕ ਮਾਸੂਮ ਬੱਚੇ ਨੂੰ ਵੇਖ ਕੇ ਵੀ ਤਰਸ ਨਹੀਂ ਆਇਆ, ਉਹਦੇ ਵੀ ਟੁਕੜੇ ਕਰਕੇ ਤੇ ਪਰੋ ਕੇ ਤੇ ਗਲਾ 'ਚ ਪਾ ਦਿੱਤਾ। ਦੁਸ਼ਟ ਕਿੰਨਾ ਕੁ ਦੁਸ਼ਟ ਹੋ ਸਕਦਾ। ਪਰ ਗੁਰੂ ਪਾਤਸ਼ਾਹ ਜੀ ਫਿਰ ਜਦੋਂ ਇਹਨਾਂ ਨੂੰ ਸਜ਼ਾ ਦਿੰਦੇ ਇਹੋ ਜਿਹੇ ਦੋਖੀਆਂ ਨੂੰ, ਤੇ ਫਿਰ ਉਹ ਲੋਕ ਫਿਰ ਕੰਬਦੇ ਨੇ। ਪਾਪੀ ਨਾ ਕੰਬਦਾ, ਫਿਰ ਜਦੋਂ ਉਹਨੂੰ ਸਜ਼ਾ ਮਿਲਦੀ ਹੈ ਫਿਰ ਉਹ ਡਰਦਾ। ਤੋ ਐਦਾਂ ਜਿੱਥੇ ਭੈੜਾ ਕੰਮ ਗੁਰੂ ਸਾਹਿਬ ਵੇਖਦੇ ਨੇ, ਉੱਥੇ ਚੱਲ ਕਰਕੇ ਉਹਨਾਂ ਦੁਸ਼ਟਾਂ ਨੂੰ ਸਜ਼ਾ ਦਿੰਦੇ ਨੇ। ਦੇਤ ਉਪਾਇਨ ਕੋ ਮਿਲੇ ਤਿਸ ਰਛਿਆ ਤਾਰੇ। ਕਈ ਆਉਂਦੇ ਨੇ, ਮਹਾਰਾਜ ਸਾਡੀ ਰੱਖਿਆ ਕਰੋ, ਭੇਟਾਵਾਂ ਦਿੰਦੇ ਨੇ। ਕਿਉਂਕਿ ਇੱਥੇ ਕੋਈ ਲੁੱਟ ਪਾਟ ਦਾ ਕੰਮ ਤਾਂ ਨਹੀਂ ਕਿ ਪਰਾਇਆ ਹੱਕ ਖੋਣਾ, ਇੱਥੇ ਤਾਂ ਦੇਣਾ ਆ, ਲੈਣ ਦੀ ਗੱਲ ਹੀ ਕੋਈ ਨਹੀਂ। ਤਾਂ ਕਈ ਪ੍ਰੇਮ ਨਾਲ ਭੇਟਾਵਾਂ ਦਿੰਦੇ ਨੇ, ਫਿਰ ਉਹਨਾਂ ਦੀ ਰੱਖਿਆ ਸਿੰਘ ਕਰਦੇ ਹਨ। ਅਕਰੇ ਆਨ ਨ ਮਾਨਈ ਹੋਏ ਆਪ ਭਰੋਸਾ। ਕਹਿੰਦੇ ਕਿਸੇ ਦੀ ਈਨ ਨਹੀਂ ਮੰਨਦੇ, ਗੁਰੂ ਤੇ ਭਰੋਸਾ ਹੈ, ਸਤਿਗੁਰ ਤੇ ਭਰੋਸਾ ਹੈ। ਲੂਟੇ ਤਿਸ ਕੋ ਖਾਲਸਾ ਜਾਣੇ ਜਿਸ ਦੇਰਾ। ਜਿਹਦਾ ਨਾ ਦੁਸ਼ਟ ਹੁੰਦਾ, ਉਹਦੇ ਤੇ ਸਿੰਘ ਧਾਵਾ ਕਰਕੇ ਫਿਰ ਜ਼ਰੂਰ ਲੁੱਟਦੇ। ਜਿਵੇਂ ਹੁਣ ਸੰਗਤਾਂ ਆਉਂਦੀਆਂ ਸਨ ਦਰਸ਼ਨ ਕਰਨ ਲਈ, ਕਈ ਪਿੰਡ ਐਸੇ ਲੁਟੇਰੇ ਸਨ, ਸੰਗਤ ਨੂੰ ਮਾਰਨਾ ਤੇ ਖੋ ਕੇ ਲੈ ਜਾਣਾ। ਹੁਣ ਇਹੋ ਜਿਹਿਆਂ ਨੂੰ ਸਜ਼ਾ ਦੇਣੀ ਬਣਦੀ ਹੈ। ਫਿਰ ਸਿੰਘ ਹਮਲਾ ਕਰਦੇ, ਉਹਨਾਂ ਨੂੰ ਸਜ਼ਾ ਦਿੰਦੇ, ਉਹਨਾਂ ਤੋਂ ਫਿਰ ਸੰਗਤ ਦਾ ਸਮਾਨ ਲਿਆਉਂਦੇ। ਨਹੀਂ ਤਾਂ ਪਰਾਇਆ ਹੱਕ ਖਾਣ ਦੀ ਗੱਲ ਨਹੀਂ ਹੈ, ਪਰ ਜੋ ਸੰਗਤ ਦਾ ਲੁੱਟਿਆ ਜਾਂਦਾ ਜਾਂ ਗਰੀਬ ਦਾ, ਉਹਦਾ ਹੱਕ ਫਿਰ ਵਾਪਸ ਕਰਦੇ ਤੇ ਉਹਨਾਂ ਦੁਸ਼ਟਾਂ ਨੂੰ ਉਹ ਲੁੱਟਦੇ ਸਨ। ਇਸੀ ਰੀਤ ਗ੍ਰੀਮਖ ਬੀਤੀ ਬਰਖਾ ਰਿਤੂ ਆਈ। ਐਦਾਂ ਕਰਦਿਆਂ ਗਰਮੀ ਦੀ ਰੁੱਤ ਲੰਘ ਗਈ ਤੇ ਬਰਖਾ ਦੀ ਰਿਤੂ ਆ ਗਈ ਹੈ। ਨਹੀਂ ਕਟਾ ਚੌ ਦਿਸ਼ ਉਠੀ ਕਮਡੇ ਸਮੁਦਾਈ। ਤੇ ਕਹਿੰਦੇ ਨਵੀਆਂ ਘਟਾਵਾਂ, ਕਾਲੀਆਂ ਘਟਾਵਾਂ ਉੱਡ ਕੇ ਚਾਰੇ ਪਾਸੇ ਫੈਲ ਗਈਆਂ ਨੇ। ਧਾਰਾ ਛੋਰਤ ਧਰਨ ਪਰ
ਹਰਿਆਵਲ ਹੋਈ। ਧਾਰਾਂ ਚਲਦੀਆਂ ਨੇ ਮੀਂਹ ਦੀਆਂ ਤੇ ਹਰਿਆਵਲ ਹੋ ਜਾਂਦਾ ਸਭ ਪਾਸੇ, ਬਨਸਪਤੀ ਜਿਹੜੀ ਖਿੜਦੀ ਹੈ। ਦਾਦਰ ਮੋਰਨ ਸ਼ੋਰ ਕਰ ਚਿਤ ਹਰਖੇ ਸੋਈ। ਹੁਣ ਜਦੋਂ ਮੋਰ ਬੋਲਦੇ ਨੇ, ਡੱਡੂ ਬੋਲਦੇ ਨੇ, ਚਿੱਤ ਵਿੱਚ ਚਾਉ ਉਪਜਦਾ ਹੈ। ਕਰੇ ਆਨੰਦ ਆਨੰਦਪੁਰ ਸੂਖਮ ਕੰਦ ਮੁਕੰਦਾ। ਕਹਿੰਦੇ ਆਨੰਦਪੁਰ ਸਾਹਿਬ ਚ ਆਨੰਦ ਹੀ ਆਨੰਦ ਹੈ। ਮੁਕਤੀ ਦਾਤੇ ਸਤਿਗੁਰੂ ਆਨੰਦ ਦਿੰਦੇ ਨੇ। ਆਨੰਦਪੁਰੀ ਦਾ ਵਾਲੀ ਹੈ ਆਨੰਦ ਦੇਣਾ, ਕਿਉਂਕਿ ਗੁਰੂ ਹੈ ਹੀ ਕੌਣ ਹੈ, ਨਿਸ਼ਾਨੀ ਕੀ ਹੈ? ਜਿਸ ਮਿਲਿਆ ਮਨ ਹੋਏ ਆਨੰਦ ਸੋ ਸਤਿਗੁਰ ਕਹੀ ਹੈ। ਗੁਰੂ ਨੇ ਆਨੰਦ ਦੇਣਾ। ਆਨੰਦ ਜਿਹੜਾ ਹੈ ਨਾ, ਇਹ ਦੁੱਖ ਸੁੱਖ ਤੋਂ ਉੱਪਰ ਦੀ ਅਵਸਥਾ ਹੁੰਦੀ ਹੈ। ਦੁੱਖ ਦਾ ਵਿਰੋਧੀ ਹੈ ਸੁੱਖ, ਸੁੱਖ ਦਾ ਵਿਰੋਧੀ ਹੈ ਦੁੱਖ। ਆਨੰਦ ਦਾ ਕੋਈ ਵਿਰੋਧੀ ਨਹੀਂ ਹੈ, ਕੋਈ ਵਿਰੋਧੀ ਸ਼ਬਦ ਨਹੀਂ ਆਨੰਦ ਦਾ। ਪਰ ਆਨੰਦ ਜਿਹਨੂੰ ਮਿਲ ਗਿਆ ਉਹਦਾ ਕੋਈ ਖੋ ਨਹੀਂ ਸਕਦਾ। ਬੜਿਆਂ ਨੇ ਖੋਣ ਦਾ ਯਤਨ ਕੀਤਾ, ਇਹਦਾ ਆਨੰਦ ਖੋ ਲਈਏ। ਬੰਦ ਕੱਟ ਦਿੱਤੇ, ਆਰਿਆਂ ਨਾਲ ਚੀਰ ਦਿੱਤੇ, ਆਨੰਦ ਨਹੀਂ ਖੋ ਸਕਿਆ। ਉਹ ਆਨੰਦ ਮਿਲ ਜਾਂਦਾ। ਮੁਕਤੀ ਦਾਤਾ ਸਤਿਗੁਰ ਆਨੰਦ ਦੀ ਦਾਤ ਬਖਸ਼ਦਾ ਹੈ। ਭਾਦਰ ਮਾਸ ਜਲ ਬ੍ਰਿੰਦ ਪਾ ਵਿੱਚ ਨਦੀ ਬਹੰਦਾ। ਭਾਦੋਂ ਦਾ ਮਹੀਨਾ, ਨਦੀਆਂ ਦੇ ਵਾਹ, ਨਦੀਆਂ ਨਾਲੇ ਜਿਹੜੇ ਬਰਸਾਤੀ ਨਾਲੇ ਜਿਹੜੇ ਚੱਲ ਰਹੇ ਨੇ। ਆਪਾਂ ਜਪਜੀ ਸਾਹਿਬ ਪੜ੍ਹਦੇ ਆ ਨਾ, ਨਦੀਆਂ ਅਤੈ ਵਾਹ ਪਵੈ ਸਮੁੰਦ ਨਾ ਜਾਣੀਐ। ਹੁਣ ਵਾਹ ਕੀ ਹੈ? ਵਾਹ ਦਾ ਹੁੰਦਾ ਬਰਸਾਤੀ ਨਾਲੇ ਜਿਹੜੇ ਸਿਰਫ ਮੀਂਹ ਪੈਣ ਤੇ ਚੱਲਦੇ ਨੇ, ਅੱਗੇ ਪਿੱਛੇ ਸੁੱਕੇ ਰਹਿੰਦੇ ਨੇ, ਉਹਨੂੰ ਵਾਹ ਕਹਿੰਦੇ ਨੇ। ਨਦੀਆਂ ਅਤੈ ਵਾਹ, ਇਹ ਸਭ ਫਿਰ ਪਾਣੀ ਜਿਹੜਾ ਸਮੁੰਦਰ 'ਚ ਜਾ ਕੇ ਰਲਦਾ। ਤਾਂ ਕਹਿੰਦੇ ਇਸ ਤਰ੍ਹਾਂ ਨਦੀਆਂ ਨਾਲੇ ਜਿਹੜੇ ਨੇ ਭਰ ਭਰ ਕੇ ਵਹਿੰਦੇ ਹਨ। ਮੰਦਰ ਹੁਤੋ ਉਤੰਗ ਬੋ ਤਿਸ ਪਰ ਨਿਸਮਾਈ। ਤੇ ਕਹਿੰਦੇ ਇੱਕ ਸਤਿਗੁਰੂ ਜੀ ਦਾ ਜਿਹੜਾ ਟਿਕਾਣਾ ਸੀ, ਘਰ ਸੀ, ਉੱਚੇ ਥਾਂ ਦੇ ਸੀ। ਹਿਤ ਸੁਪਤਨ ਸਤਿਗੁਰ ਚੜੇ ਗਰਮੀ ਜੇ ਨਾਈ। ਸਤਿਗੁਰੂ ਮਹਾਰਾਜ ਜੀ ਗਰਮੀ ਦੇ ਥੋੜੇ ਦਿਨ ਹੁੰਦੇ ਸਨ, ਤਾਂ ਉਸ ਉੱਪਰ ਉੱਚੇ ਥਾਂ ਤੇ ਸੌਣ ਲਈ ਚੜੇ ਨੇ। ਆਏ ਵਾਯੂ ਸਭ ਦਰਨ ਤੇ ਸੀਤਲ ਸਮੁਦਾਈ। ਤਾਂ ਉੱਚੇ ਥਾਂ ਤੋਂ ਜਦੋਂ ਹਵਾ ਆਉਂਦੀ ਹੈ, ਠੰਡੀ ਠੰਡੀ ਹਵਾ, ਜਿਹੜੀ ਬਹੁਤ ਮਨ ਨੂੰ ਚੰਗੀ ਲੱਗਦੀ ਹੈ। ਤਹਾਂ ਪ੍ਰਿਯੰਕ ਡਸਾਏ ਬਰ ਸੁਮਨਤ ਸੁਖਦਾਈ। ਉਥੇ ਕਹਿੰਦੇ ਪਲੰਗ ਗੁਰੂ ਸਾਹਿਬ ਜੀ ਨੇ ਆਪਣਾ ਵਿਛਵਾਇਆ ਹੋਇਆ ਤੇ ਉਹਦੇ ਤੇ ਉੱਪਰ ਆਰਾਮ ਕਰਦੇ ਨੇ। ਚੰਪਕ ਚੰਬੇਲੀ ਰੁਚਰ ਕਰ ਦੀਰਗ ਮਾਲਾ। ਤੇ ਚੰਪਾ ਚੰਬੇਲੀ ਦੀਆਂ ਜਿਹੜੀਆਂ ਮਾਲਾ ਨੇ, ਲਰਕਾਈ ਦਰ ਸਬਨ ਮੈਂ ਮਹਿਕਾਰ ਵਿਸਾਲਾ। ਇਹ ਲਟਕਾਈਆਂ ਹੋਈਆਂ ਦਰਵਾਜ਼ਿਆਂ ਦੇ ਵਿੱਚ, ਤਾਂ ਜਦੋਂ ਕਹਿੰਦੇ ਹਵਾ ਚੱਲਦੀ ਹੈ, ਉਹਨਾਂ ਨਾਲ ਬੜੀ ਪਿਆਰੀ ਖੁਸ਼ਬੂ ਫੁੱਲਾਂ ਦੀ ਉਹ ਆਉਂਦੀ ਹੈ। ਅਤਰ ਅਰਗਜ਼ਾ ਅਨਿਕ ਬਿਦ ਪੀਤਨ ਸਭ ਲਾਏ। ਤੇ ਨਾਲ ਇਤਰ ਛਿੜਕਿਆ ਹੋਇਆ, ਚੰਦਨ ਦਾ ਛਿੜਕਾਓ ਜਿਹੜਾ ਉਹ ਹੋਇਆ ਹੈ। ਦੀਪਤ ਦੀਪਕ ਮੈਨ ਕੇ ਫਾਨੂਸ ਟਿਕਾਏ। ਤੇ ਕਹਿੰਦੇ ਦੀਵੇ ਜਗਦੇ ਫਨੂਸ ਉੱਪਰ ਜਿਹੜੇ ਲਗਾਏ ਹੋਏ ਨੇ। ਆਸਤਰਨ ਸੁੰਦਰ ਬਿਸਦ ਕਸ ਰੇਸ਼ਮ ਡੋਰੇ। ਤੇ ਉੱਪਰ ਬੜਾ ਸੋਹਣਾ ਬਿਸਤਰਾ ਰੇਸ਼ਮ ਦੇ ਜਿਹਨੂੰ ਡੋਰ ਲੱਗੇ ਨੇ। ਗੁੰਪੇ ਦੀਰਗ ਜ਼ਰੀ ਕੇ ਲਰਕਤ ਚੋਂ ਓਰੇ। ਤੇ ਜਰੀਦਾਰ ਗੁੱਛੇ ਜਿਹੜੇ ਚਾਰੇ ਪਾਸੇ ਲਟਕਦੇ ਹਨ। ਥੇਰੇ ਸੇਜ ਪਰ ਸਤਿਗੁਰੂ ਹਿਤ ਸੁਪਤਨ ਕੇਰੇ। ਉਹਦੇ ਉੱਪਰ ਸੌਣ ਵਾਸਤੇ ਗੁਰੂ ਮਹਾਰਾਜ ਜੀ ਬੈਠੇ ਨੇ। ਉਸ ਪਲੰਗ ਤੇ ਜਾ ਕਰਕੇ ਗੁਰੂ ਮਹਾਰਾਜ ਬਿਰਾਜੇ ਹਨ। ਘਰ ਸਿੱਖਨ ਕੇ ਨਿਕਟ ਥੇ
ਬਚ ਸੁਨੀਅਤ ਨੇਰੇ। ਤੇ ਨੇੜੇ ਨੇੜੇ ਨਾ ਘਰ ਸੀ। ਰਾਤ ਦੀ ਜਦੋਂ ਇਕਾਂਤ ਹੁੰਦਾ ਤੇ ਆਵਾਜ਼ ਉੱਚੀ ਸੁਣਾਈ ਦਿੰਦੀ। ਤਾਂ ਕਹਿੰਦੇ ਜਿਹੜੇ ਸਿੱਖਾਂ ਦੇ ਘਰ ਨੇੜੇ ਸਨ ਉਹਨਾਂ ਦੀਆਂ ਆਵਾਜ਼ਾਂ ਜਿਹੜੀਆਂ ਉਹ ਸੁਣਾਈ ਦਿੰਦੀਆਂ ਨੇ। ਨਾਮ ਲਹੋਰਾ ਸਿੰਘ ਇੱਕ ਪ੍ਰਭ ਸੁਤਨ ਖਿਲਾਵਾ। ਇੱਕ ਸਿੱਖ ਸੀ ਜਿਹਦਾ ਨਾਮ ਸੀ ਲਹੋਰਾ ਸਿੰਘ, ਜਿਹੜਾ ਗੁਰੂ ਮਹਾਰਾਜ ਜੀ ਦੇ ਪੁੱਤਰਾਂ ਨੂੰ ਖਿਡਾਉਂਦਾ ਸੀ। ਦੂਸਰ ਮਾਲਾ ਸਿੰਘ ਕੋ ਕਰ ਨਿਕਟ ਬਨਾਵਾ। ਤੇ ਦੂਸਰਾ ਸਿੰਘ ਸੀ ਭਾਈ ਮਾਲਾ ਸਿੰਘ, ਜਿਹਦਾ ਘਰ ਨੇੜੇ ਹੈ। ਕਰਤ ਹੋ ਤੋ ਵਿਵਹਾਰ ਕੋ ਤਨ ਲੈਨ ਅਰ ਦੇਨਾ। ਵਿਵਹਾਰ ਕਰਦੇ ਸਨ। ਸਿੰਘਾਂ ਦਾ ਵਿਵਹਾਰ ਹੁੰਦਾ ਲੋੜ ਪੈਣ ਤੇ ਇੱਕ ਦੂਜੇ ਦੀ ਮਦਦ ਕਰਨੀ। ਤੋ ਕਹਿੰਦੇ ਵੀ ਸਿੰਘ ਜਿਹੜੇ ਨੇ ਇੱਕ ਦੂਜੇ ਦੀ ਮਦਦ ਕਰਦੇ ਨੇ। ਸਿੱਖ ਸ਼ਰਧਾਲੂ ਮਹਾਜਨ ਲੱਜਤ ਬੋ ਨੈਨਾ। ਤੇ ਜਿਹੜੇ ਸਿੱਖ ਸ਼ਰਧਾਲੂ ਨੇ, ਸੇਵਕ ਨੇ, ਕਹਿੰਦੇ ਲੱਜਤ ਨੈਣਾ, ਨੈਣ ਜਿਹੜੇ ਨੇ ਉਹ ਲੱਜਾ ਨਾਲ ਭਰੇ ਨੇ। ਟੋਟੇ ਬਨਜ ਗਰੀਬ ਭਾ ਸ਼ੁਭ ਜਾਏ ਸੁਭਾਉ। ਤੇ ਕਹਿੰਦੇ ਜਦੋਂ ਟੋਟਾ ਪੈਂਦਾ ਵਣਜ ਦੇ ਵਿੱਚ ਤੇ ਜਿਹਦਾ ਸੁਭਾਅ ਚੰਗਾ ਹੈ। ਕਰਜ ਲੋਹਰਾ ਸਿੰਘ ਲੈ ਨਿਜ ਕਾਰ ਚਲਾਉ। ਲਾਹੌਰਾ ਸਿੰਘ ਨੇ ਕਰਜ਼ ਲਿਆ ਤੇ ਕਰਜ਼ ਲੈ ਕਰਕੇ ਆਪਣਾ ਕਾਰ ਵਿਹਾਰ ਜਿਹੜਾ ਹੈ ਉਹ ਕਰਦਾ ਹੈ। ਹੋਤੇ ਰਜਤ ਪਣ ਸਤ ਲਏ ਬੀਤਿਓ ਚਿਰ ਕਾਲਾ। 100 ਰੁਪਏ ਉਸ ਵਕਤ 100 ਰੁਪਿਆਂ ਦੀ ਬੜੀ ਭਾਰੀ ਕੀਮਤ ਸੀ ਤੇ 100 ਰੁਪਏ ਕਹਿੰਦੇ ਲਏ ਸਨ ਤੇ ਬੜਾ ਲੰਮਾ ਸਮਾਂ ਲੰਘ ਗਿਆ ਸੀ। ਦੀਏ ਨਾ ਬੋਰ ਹਟਾਏ ਕਰ ਹਠ ਧਾਰ ਵਿਸਾਲਾ। ਤੇ ਫਿਰ ਕਹਿੰਦੇ ਵਾਪਸ ਨਾ ਕੀਤੇ। ਹੱਠ ਜਿਹੜਾ ਧਾਰਿਆ ਹੋਇਆ ਹੈ। ਮਾਲਾ ਸਿੰਘ ਮੰਗਤ ਰਹੇ ਨਿਰਤਨ ਹੋਏ ਚਾਏ। ਮਾਲਾ ਸਿੰਘ ਨਿਰਤਨ ਹੋਇਆ ਪਿਆ ਸੀ, ਲੋੜ ਸੀ ਬਾਰ-ਬਾਰ ਲਾਹੌਰਾ ਸਿੰਘ ਤੋਂ ਆਪਣੇ ਪੈਸੇ ਮੰਗਦਾ ਸੀ। ਦੇਤ ਲਾਹੌਰਾ ਸਿੰਘ ਨੈ ਟਾਰੇ ਟਰ ਜਾਏ। ਤੇ ਲਾਹੌਰਾ ਸਿੰਘ ਦੇਵੇ ਹੀ ਨਾ, ਟਾਲਾ ਕਰੀ ਜਾਵੇ। ਉਹ ਪੈਸੇ ਜਿਹੜੇ ਉਸ ਦੇ ਮਾਲਾ ਸਿੰਘ ਦੇ ਵਾਪਸ ਨਾ ਕਰੇ। ਗੁਜਰ ਤੰਗ ਤਿਸ ਕੀ ਭਾਈ ਸਿੱਖਣੀ ਸਮਝਾਇਓ। ਹੁਣ ਜਦੋਂ ਘਰ ਦੀ ਗੁਜਰ ਬਸਰ ਤੰਗੀ ਵਿੱਚ ਆ ਗਈ, ਔਖਾ ਹੋ ਗਿਆ, ਤੇ ਜਿਹੜੀ ਉਹਦੀ ਸਿੰਘਣੀ ਸੀ ਮਾਲਾ ਸਿੰਘ ਦੀ, ਉਹ ਕਹਿਣ ਲੱਗੀ ਹੈ ਕਿਉਂ ਨਾ ਲੇਤ ਛਤ ਰਜਤ ਪਣ ਘਰਦਾਰ ਦੇ ਆਇਓ। ਵੀ ਆਪਣੇ ਪੈਸੇ ਵਾਪਸ ਕਿਉਂ ਨਹੀਂ ਲੈਂਦਾ ਲਾਹੌਰਾ ਸਿੰਘ ਤੋਂ। ਆਪਣੇ ਘਰੇ ਗਰੀਬੀ ਆਈ ਪਈ ਹੈ, ਟੋਟਾ ਆਇਆ ਪਿਆ, ਤੂੰ ਵਾਪਸ ਆਪਣੇ ਪੈਸੇ ਲਾਹੌਰਾ ਸਿੰਘ ਤੋਂ ਮੰਗਦਾ ਕਿਉਂ ਨਹੀਂ ਹੈ। ਅਸਨ ਬਸਨ ਚਾਲੇ ਕਠਨ ਹੋਏ ਕਰੋ ਕਠੋਰਾ। ਆਪਣਾ ਅੰਨ ਵਸਤਰ ਬੜਾ ਔਖਾ ਚੱਲ ਰਿਹਾ, ਬੜਾ ਔਖਾ ਸਮਾਂ ਘਰ ਦੇ ਵਿੱਚ ਆਇਆ ਹੈ। ਕਿਉਂ ਨਾ ਦੇਤ ਹਮਰੋ ਦਰਬ ਕਿਉਂ ਠਾਨੇ ਜ਼ੋਰਾ। ਕਿਉਂ ਸਾਡਾ ਧਨ ਵਾਪਸ ਨਹੀਂ ਕਰਦਾ, ਕਿਉਂ ਜ਼ੋਰ ਆਪਣਾ ਜਿਹੜਾ ਲਾਹੌਰਾ ਸਿੰਘ ਚਲਾ ਰਿਹਾ ਹੈ। ਖਾਤਰ ਮੈਂ ਆਨਤ ਨਹੀਂ ਕਰ ਆਲਾ ਟੋਲਾ। ਕਹਿੰਦੇ ਆਉਂਦਾ ਹੀ ਨਹੀਂ ਦੇਣ ਲਈ। ਜਦੋਂ ਵੀ ਗੱਲ ਕਰੀਏ ਪੈਸੇ ਲੈਣ ਵਾਸਤੇ ਤੇ ਟਾਲ ਮਟੋਲਾ ਜਿਹੜਾ ਉਹ ਕਰ ਦਿੰਦਾ ਹੈ। ਅਬ ਨਿਸ ਮੈਂ ਤਿਸ ਕੇ ਸਦਨ ਗਮਨੋ ਤਜ ਓਲਾ। ਹੁਣ ਰਾਤ ਦਾ ਸਮਾਂ ਓਲਾ ਜਾਣ ਕਰਕੇ ਇਸ ਵਕਤ ਲਾਹੌਰਾ ਸਿੰਘ ਦੇ ਘਰ ਤੁਸੀਂ ਜਾਣਾ ਕਰੋ। ਤ੍ਰਿਆ ਤੇ ਮਾਲਾ ਸਿੰਘ ਸੁਨ ਤੈ ਸਦਨ ਸਿਧਾਰਾ। ਤੇ ਆਪਣੀ ਸਿੰਘਣੀ ਤੋਂ ਸੁਣ ਕਰਕੇ ਭਾਈ ਮਾਲਾ ਸਿੰਘ ਲਾਹੌਰਾ ਸਿੰਘ ਦੇ
ਘਰ ਗਿਆ ਹੈ। ਮਿਲਿਓ ਲਾਹੌਰਾ ਸਿੰਘ ਕੋ ਦਿਓ ਦਰਬ ਉਚਾਰਾ। ਲਾਹੌਰਾ ਸਿੰਘ ਨੂੰ ਜਾ ਕਰਕੇ ਮਿਲਿਆ ਤੇ ਜਾ ਕੇ ਕਹਿੰਦਾ ਭਾਈ ਗੁਰਮੁਖਾ ਜਿਹੜਾ ਮੇਰਾ ਧਨ ਹੈ ਮੈਨੂੰ ਵਾਪਸ ਕਰ ਦੇ। ਤਾਰਤ ਹੈ ਨਿਤ ਕੂਰ ਕਹੇ ਅਬ ਲੈ ਕਰ ਜਾਵੋ। ਰੋਜ਼ ਝੂਠ ਬੋਲ ਕੇ ਟਾਲਦਾ ਹਾਂ, ਹੁਣ ਮੈਂ ਅੱਜ ਇਹ ਧਨ ਜਿਹੜਾ ਨਾ ਆਪਣਾ ਵਾਪਸ ਲੈ ਕੇ ਹੀ ਜਾਣਾ ਹੈ। ਬਨਿਓ ਢੀਠ ਕਿਸ ਹੇਤ ਕਰ ਮੈਂ ਚੱਲ ਕਰ ਆਵੋ। ਕਹਿੰਦੇ ਤੂੰ ਢੀਠ ਬਣਿਆ ਹੋਇਆ, ਗੱਲ ਹੀ ਨਹੀਂ ਸੁਣਦਾ ਮੇਰੀ। ਮੈਂ ਜਿੰਨੀ ਵਾਰ ਤੇਰੇ ਕੋਲੋਂ ਚੱਲ ਕੇ ਆਉਣਾ ਤੂੰ ਟਾਲਾ ਕਰ ਦਿੰਦਾ ਹੈ। ਇਤਿਆਦਕ ਝਗੜਾ ਕੀਓ ਊਚੇ ਬਚ ਸੰਗਾ। ਐਦਾਂ ਜਦੋਂ ਝਗੜਾ ਹੋਇਆ ਉੱਚੀ ਉੱਚੀ ਆਵਾਜ਼ਾਂ 'ਚ ਬੋਲੇ ਨੇ। ਹਸਿਓ ਲਾਹੌਰਾ ਸਿੰਘ ਤਬ ਤੁਕ ਭਨੀ ਉਤੰਗਾ। ਤੇ ਲਾਹੌਰਾ ਸਿੰਘ ਨਾ ਹੱਸ ਪਿਆ। ਜਦੋਂ ਅੰਦਰ ਲੋਭ ਹੁੰਦਾ ਨਾ ਬੰਦਾ ਫਿਰ ਆਪਣੇ ਲੋਭ ਕਰਕੇ ਤੇ ਆਪਣੇ ਆਪ ਨੂੰ ਵੱਡਾ ਜਾਣਦਾ। ਇਹ ਵਿਕਾਰਾਂ ਨੂੰ ਜਿੱਤਣਾ ਬੜਾ ਕਠਿਨ ਹੈ। ਜਿਹੜੇ ਸਾਡੇ ਅੰਦਰ ਵਿਕਾਰ ਨੇ ਨਾ, ਇਹਨਾਂ ਨੇ ਪਤਾ ਨਹੀਂ ਕਿਹੜੇ ਵੇਲੇ ਕਦੋਂ ਸਾਡੇ ਤੇ ਭਾਰੂ ਹੋ ਜਾਣਾ, ਸਾਡੇ ਤੋਂ ਮੰਦਾ ਕਰਮ ਕਰਾ ਦੇਣਾ। ਸਾਡੇ ਤੋਂ ਹੋਰ ਪਾਪ ਕੋਈ ਨਹੀਂ ਕਰਾਉਂਦਾ, ਇਹ 5 ਵਿਕਾਰ ਸਾਡੇ ਤੋਂ ਪਾਪ ਕਰਾਉਂਦੇ ਨੇ। ਕੋਈ ਵੀ ਪਾਪ ਹੋਵੇ, ਚਾਹੇ ਵਿਭਚਾਰ ਹੈ, ਚਾਹੇ ਰਿਸ਼ਵਤਖੋਰੀ, ਠੱਗੀ, ਚੋਰੀ, ਇਹ ਲੋਭ ਹੈ। ਲੋਭ ਹੀ ਕਰਾਉਂਦਾ, ਹੋਰ ਕਿਉਂ ਕਰਾਉਂਦਾ। ਮੋਹ ਦੇ ਪਿੱਛੇ ਵੀ ਬੰਦਾ ਕਤਲ ਵੀ ਕਰਦਾ, ਮੋਹ ਦੇ ਪਿੱਛੇ ਲੜਾਈ ਝਗੜੇ ਕਰਦਾ, ਮੋਹ ਵੀ ਬੜਾ ਕੁਝ ਕਰਾਉਂਦਾ। ਤੇ ਹੰਕਾਰ ਵੀ, ਉਹਨੇ ਮੈਨੂੰ ਏਦਾਂ ਕਿਹਾ, ਮੈਨੂੰ ਏਦਾਂ ਕਿਹਾ। ਗੁਰੂ ਗ੍ਰੰਥ ਸਾਹਿਬ 'ਚ ਸ਼ਬਦ ਹੈਗਾ ਗੁਰੂ ਅਰਜਨ ਸਾਹਿਬ ਜੀ ਦਾ। ਗੁਰੂ ਅਰਜਨ ਸਾਹਿਬ ਮਹਾਰਾਜ ਨੇ ਨਾ ਸ਼ਬਦ ਲਿਖਿਆ, ਕਹਿੰਦੇ ਵੀ ਦੋ ਸਿੱਖ ਲੜਦੇ ਪਏ ਸੀ, ਅੰਮ੍ਰਿਤਸਰ ਸਾਹਿਬ ਦੀ ਗੱਲ ਹੈ। ਤੇ ਜਦੋਂ ਲੜ ਰਹੇ ਸੀ ਤੇ ਮਹਾਰਾਜ ਸੱਚੇ ਪਾਤਸ਼ਾਹ ਉੱਥੋਂ ਲੰਘੇ ਤੇ ਸਤਿਗੁਰੂ ਕਹਿੰਦੇ ਭਾਈ ਝਗੜਾ ਕਾਹਦਾ। ਉਹਨੇ ਇੱਕ ਬੜਾ ਆਕੜ ਕੇ ਕਹਿੰਦਾ ਪਾਤਸ਼ਾਹ ਜੀ ਨੇ ਮੇਰਾ ਨਾਮ ਲੈ ਕੇ ਮੈਨੂੰ ਗਾਲ ਕੱਢੀ ਆ। ਹੁੰਦਾ ਨਾ ਇਸ ਪਿੱਛੇ ਝਗੜਾ, ਇਹਨੇ ਮੇਰਾ ਨਾਮ ਲੈ ਕੇ ਆ ਕਿਹਾ ਉਹ ਕਿਹਾ। ਸਤਿਗੁਰੂ ਪਾਤਸ਼ਾਹ ਜੀ ਹੱਸ ਪਏ ਤੇ ਸ਼ਬਦ ਉਚਾਰਿਆ, ਕਹਿੰਦੇ ਕਵਨ ਥਾਨ ਧੀਰਿਓ ਰੇ ਨਾਮਾ ਕਵਨ ਬਸਤ ਅਹੰਕਾਰਾ। ਗੁਰੂ ਗ੍ਰੰਥ ਸਾਹਿਬ 'ਚ ਸ਼ਬਦ ਦਰਜ ਹੈ। ਕਹਿੰਦੇ ਭਾਈ ਮੈਨੂੰ ਨਾਮ ਵਿਖਾਈ, ਹਾਂ ਕਿੱਥੇ ਹੈ ਤੇਰਾ ਨਾਮ, ਦਿਖਾ ਮੈਨੂੰ ਨਾਮ। ਨਾਮ ਜਿਹਦਾ ਮਰਜ਼ੀ ਰੱਖਿਆ ਹੋਵੇ ਦਿਖਾ ਥੋੜੀ ਸਕਦਾ। ਉਹ ਤਾਂ ਬਾਹਰ ਜਾ ਕੇ ਹੁਣ ਆਧਾਰ ਕਾਰਡ ਛਪ ਗਏ, ਵੋਟਰ ਕਾਰਡ ਛਪ ਗਏ, ਇਹ ਤਾਂ ਵੱਖਰੀ ਆ। ਹੁਣ ਨਾਮ ਬਦਲੇ ਵੀ ਜਾਂਦੇ ਨੇ। ਪਾਤਸ਼ਾਹ ਕਹਿੰਦੇ ਨਾਮ ਵਿਖਾ ਕਿੱਥੇ ਹੈ। ਕਵਨ ਥਾਨ ਧੀਰਿਓ ਰੇ ਨਾਮਾ, ਕਿੱਥੇ ਟਿਕਿਆ ਦਿਖਾ ਮੈਨੂੰ। ਤੇ ਜਦੋਂ ਬੋਲਣਾ ਆਇਆ ਤੇ ਮਹਾਰਾਜ ਕਹਿੰਦੇ ਫਿਰ ਕਵਨ ਬਸਤ ਅਹੰਕਾਰਾ, ਕਿਹੜੇ ਨਾਮ ਦਾ ਅਹੰਕਾਰ ਕਰਨਾ। ਦੂਸਰੀ ਗੱਲ, ਕਵਨ ਚਹਿਨ ਸੁਨ ਉਪਰ ਛੋਇਓ ਮੁਖ ਤੇ ਸੁਨ ਕਰ ਗਾਰਾ। ਫਿਰ ਜਿਹੜੀ ਤੈਨੂੰ ਗਾਲ ਕੱਢੀ ਹੈ ਦੱਸ ਮੈਨੂੰ ਸੱਟ ਕਿੱਥੇ ਲੱਗੀ ਤੇਰੇ, ਵਿਖਾਏਗਾ? ਲਿਆ ਵਿਖਾ ਸੱਟ ਕਿੱਥੇ ਲੱਗੀ ਹੈ। ਤੈਨੂੰ ਗਾਲ ਕੱਢੀ ਹੈ ਨਾ, ਕਿੱਥੇ ਸੱਟ ਲੱਗੀ ਹੈ। ਹੁਣ ਸਤਿਗੁਰ ਨੇ ਤਾਂ ਅੰਦਰ ਦਾ ਦੇਖਣਾ ਤੇ ਪਾਤਸ਼ਾਹ ਨੇ ਸਮਝਾਉਣਾ। ਸੁਨੋ ਰੇ ਤੂੰ ਕੌਣ, ਕਹਾਂ ਤੇ ਆਏ ਹੋ। ਕਹਿੰਦੇ ਭਾਈ ਦੱਸ ਤੂੰ ਕੌਣ ਹੈ, ਕਿੱਥੋਂ ਆਇਆ। ਇਤੀ ਨਾ ਜਾਨੋ ਕੇਤੀ ਕ ਮੁੱਦਤ ਚਲਤੇ ਖਬਰ ਨਾ ਪਾਇਓ। ਇਹ ਪਤਾ ਨਹੀਂ ਕਿੰਨਾ ਕੁ ਸਮਾਂ, ਤੇ ਜਦੋਂ ਚੱਲਣਾ ਨਾ ਤੇ ਨਾਲ ਬੈਠੇ ਨੂੰ ਵੀ ਪਤਾ ਨਹੀਂ ਲੱਗਣਾ ਚਲਾ ਗਿਆ। ਕਾਹਦਾ ਅਹੰਕਾਰ। ਪਰ ਅਸੀਂ ਪਾਪ ਪੰਚਾਂ ਕੇ ਬਸਰੇ ਕਰਦੇ, ਪਾਪ ਕਰੈ ਪੰਚਾਂ ਕੇ ਬਸਰੇ। ਇਹ 5 ਹੀ ਕਰਾਉਂਦੇ ਨੇ। ਜੜ ਹਉਮੈ ਹੈ ਤੇ ਹਉਮੈ ਤੋਂ ਅੱਗੇ ਫਿਰ ਇਹ 5 ਉਪਜਦੇ ਨੇ। ਫਿਰ ਇਹ ਬਹੁਤ ਕੁਝ ਕਰਾਉਂਦੇ ਨੇ, ਨਿੰਦਾ ਵੀ, ਚੁਗਲੀ ਵੀ, ਈਰਖਾ ਵੀ, ਪਤਾ ਨਹੀਂ ਕਿੰਨੇ ਤਰ੍ਹਾਂ ਦੇ ਪਾਪ। ਇਹ 5 ਨੇ। ਬਸ ਜਦੋਂ ਇਹ 5 ਨੂੰ ਮਾਰਨਾ, ਇਹੀ ਸਾਧਨ ਹੈ। ਤੇ ਲੋਭ ਜਿਹੜਾ ਹੈ ਇਹ ਵੀ ਘਰ ਕਰਦਾ। ਲਾਹੌਰਾ ਸਿੰਘ ਹੁਣ
ਬੇਸ਼ੱਕ ਸੇਵਾ ਕਰਦਾ, ਪਰ ਸੇਵਾ ਅੰਦਰ ਬੰਦਗੀ ਨਾ ਹੋਵੇ ਤੇ ਫਿਰ ਲੋਭ ਅੰਦਰ ਜਾਗਦਾ। ਇਹ ਮੈਂ ਇਸੇ ਕਰਕੇ ਕਹਿਣਾ, ਬੰਦਗੀ ਨਾ ਹੋਣ ਕਰਕੇ ਵਿਕਾਰ ਹਾਵੀ ਨੇ। ਅੱਜ ਹਰ ਕੋਈ ਚਾਹੁੰਦਾ ਮੇਰਾ ਨਾਮ ਹੋਵੇ, ਮੇਰੀ ਪ੍ਰਧਾਨਤਾ ਹੋਵੇ, ਮੇਰੇ ਗੁਣ ਗਾਏ ਜਾਣ, ਮੇਰੀ ਵਡਿਆਈ ਕੀਤੀ ਜਾਵੇ। ਇਹ ਮੈਂ ਚੱਲ ਰਹੀ ਹੈ ਨਾ, ਕਿਉਂ ਚੱਲ ਰਹੀ ਹੈ? ਕਿਉਂਕਿ ਬੰਦਗੀ ਨਹੀਂ ਹੈ। ਤੇ ਜੇ ਬੰਦਗੀ ਹੁੰਦੀ ਉਹ ਤਾਂ ਕਹਿੰਦਾ ਨਾ ਮੈਂ ਨਹੀਂ ਹਾਂ, ਮੇਰੀ ਗੱਲ ਨਾ ਕਹੇ। ਮੈਂ ਨਾਹੀ ਕਿਛ ਹਾਉ ਨਾਹੀ ਕਿਛ ਆਹੇ ਨਾ ਮੋਰਾ। ਮੈਂ ਨਹੀਂ ਹਾਂ, ਮੈਂ ਕੁਝ ਵੀ ਨਹੀਂ ਹਾਂ, ਮੇਰਾ ਕੁਝ ਵੀ ਨਹੀਂ ਹੈ। ਅਵਸਰ ਲੱਦਾ ਰਾਖ ਲੈ ਸਦਨਾ ਜਨ ਤੌਰਾ। ਮੈਂ ਤੇਰਾ ਦਾਸ ਹਾਂ। ਅਸੀਂ ਕਦੀ ਸੇਵਕ ਹੋ ਕੇ ਨਹੀਂ ਵੇਖਿਆ, ਕਦੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨਾਲ ਗੱਲਾਂ ਕਰਕੇ ਵੇਖੀਆਂ ਨੇ, ਕਦੀ ਇਹ ਜਾਣਿਆ ਮੇਰੇ ਸਾਹਮਣੇ ਸੱਚਾ ਪਾਤਸ਼ਾਹ ਮੈਨੂੰ ਸੁਣ ਰਿਹਾ, ਮੈਨੂੰ ਵੇਖ ਰਿਹਾ। ਇਸ ਧੰਨ ਗੁਰੂ ਗ੍ਰੰਥ ਸਾਹਿਬ ਜੀ। ਮਤ ਸੋਚੋ ਕਿ ਅਸੀਂ ਜੋ ਬੋਲਦੇ ਹਾਂ ਸੁਣ ਨਹੀਂ ਰਿਹਾ, ਸਭ ਸੁਣ ਰਹੇ ਹਾਂ, ਪਰ ਸਾਡੀ ਭਾਵਨਾ ਵੀ ਵੇਖ ਰਿਹਾ। ਸ਼ਬਦਾਂ ਦੀ ਮੁਹਤਾਜਗੀ ਨਹੀਂ, ਆ ਅੰਦਰ ਜਿਹੜੀ ਹੈ ਨਾ ਅੰਦਰ ਦੀ, ਉਹ ਇੱਥੇ ਹੀ ਬੈਠਾ ਵੇਖਦਾ। ਪਤਾ ਕਿਸ ਭਾਵਨਾ ਨਾਲ ਇਹ ਸਿੱਖ ਚੱਲ ਕੇ ਆਇਆ ਹੈ, ਇਹਦੇ ਅੰਦਰ ਕੀ ਹੈ। ਇਹ ਗੱਲ ਵੱਖਰੀ ਹੈ। ਦਿਆਲੂ ਬੜਾ ਹੈ, ਫਿਰ ਵੀ ਦਇਆ ਕਰਦਾ, ਭਲਾ ਕਰਦਾ, ਸੁਭਾਅ ਹੈ ਨਾ, ਹੈ ਹੀ ਦਿਆਲੂ। ਮਾਧੋ ਹਮ ਐਸੇ ਤੂੰ ਐਸਾ, ਹਮ ਪਾਪੀ, ਪਰ ਤੂੰ ਹੈ ਹੀ ਪਾਪ ਖੰਡਨ ਹੈ। ਤੇਰੇ ਸੁਭਾਅ ਤੇ ਮੇਰੇ ਸੁਭਾਅ ਚ ਅੰਤਰ ਤਾਂ ਹੈਗਾ ਹੀ ਆ। ਤੂੰ ਸਾਹਿਬ ਜੀ ਤਾਂ ਸਾਨੂੰ ਸਮਝਾਉਂਦੇ ਨੇ। ਹੁਣ ਲਾਹੌਰਾ ਸਿੰਘ ਲੋਭ ਅੰਦਰ ਹੈ, ਤੇ ਲੋਭ ਕਰਕੇ ਫਿਰ ਹੁਣ ਕਹਿਣ ਲੱਗਾ। ਲਾਹੌਰਾ ਸਿੰਘ ਜਿਹੜੀ ਗੱਲ ਕਰਦਾ ਨਾ, ਉਹ ਲੋਭ ਕਰਕੇ ਉਹ ਕਹਿੰਦਾ ਹੈ, ਦੋਹਰਾ ਸਿੱਖ ਸਿੱਖ ਦਾ ਖਾਏ ਕਰ, ਚਿੰਤਾ ਕਰੀਏ ਦੂਰ। ਕਹਿੰਦੇ ਸਿੱਖ ਨੇ ਸਿੱਖ ਦਾ ਖਾਧਾ, ਚਿੰਤਾ ਛੱਡ ਦਿਓ, ਚਿੰਤਾ ਦੂਰ ਕਰ ਦਿਓ। ਪਿਆਰ ਨਾਲ ਤਾਂ ਅਸੀਂ ਜਾਨ ਵੀ ਵਾਰ ਦਈਏ, ਪਰ ਜਦੋਂ ਹੱਕ ਦੀ ਗੱਲ ਆਉਂਦੀ ਹੈ ਫਿਰ ਉੱਥੇ ਗੱਲ ਦੂਸਰੀ ਹੋ ਜਾਂਦੀ। ਪਰ ਉਹਨੂੰ ਕੀ ਕਹਿੰਦਾ? ਕਹਿੰਦਾ ਸਿੱਖ ਨੇ ਸਿੱਖ ਦਾ ਖਾਧਾ, ਤੂੰ ਵੀ ਸਿੱਖ ਹੈ, ਮੈਂ ਵੀ ਸਿੱਖ ਹਾਂ, ਤੇ ਚਿੰਤਾ ਜਿਹੜੀ ਹੈ ਉਹ ਦੂਰ ਕਰੀਏ। ਕਯੋ ਦੁਖਾਵਨ ਹੇਤ ਇਮ, ਜਿਸ ਤੇ ਰਿਸ ਹੋਏ ਪੂਰ। ਤੇ ਜਦੋਂ ਏਦਾਂ ਦਿਲ ਦੁਖਾਉਣ ਵਾਲੀ ਗੱਲ ਕੀਤੀ, ਮਾਲਾ ਸਿੰਘ ਦਾ ਦਿਲ ਦੁਖਿਆ, ਹੋਰ ਗੁੱਸਾ ਜਿਹੜਾ ਉਹਨੂੰ ਆਇਆ ਹੈ। ਬਹੁਰ ਕਈ ਤੁਕ ਦੂਸਰੀ, ਊਚੋ ਬਾਤ ਸੁਨਾਏ। ਫਿਰ ਦੂਸਰੀ ਗੱਲ ਕਈ ਉੱਚੀ ਦੇਣੀ ਆਖ ਕਰਕੇ, ਜੈਸਾ ਜਿਸ ਕਾ ਲੇਖ ਹੈ, ਤੈਸੀ ਬਿਦ ਬਣ ਆਏ। ਜਿੱਦਾਂ ਜਿਹਦਾ ਲੇਖਾ ਜੋਖਾ ਹੁੰਦਾ ਉਦਾਂ ਦੀ ਬਿਦ ਬਣ ਜਾਂਦੀ ਹੈ। ਜਦੋਂ ਆਪਾਂ ਕਈ ਵਾਰ ਕਹਿ ਦਿੰਦੇ ਨੇ ਇਹ ਤਾਂ ਭਾਈ ਤੇਰੇ ਕਰਮਾਂ ਕਰਕੇ ਹੈ, ਇਦਾਂ ਕਹਿੰਦੇ ਆ, ਜਿੱਦਾਂ ਦਾ ਤੇਰਾ ਲੇਖ ਹੈ ਉਹ ਲੇਖਾਂ ਕਰਕੇ ਹੈ। ਪਤਾ ਨਹੀਂ ਇਹ ਸੁਭਾਅ ਸਾਡੇ ਇਸੇ ਤਰ੍ਹਾਂ ਦੇ ਨੇ। ਅਸੀਂ ਦੂਜਿਆਂ ਦੇ ਦੁੱਖ ਵਿੱਚ ਸ਼ਾਮਲ ਹੋਣ ਦੀ ਬਜਾਏ ਉਹਨੂੰ ਕਹਿੰਦੇ ਆ ਤੇਰੇ ਕਰਮਾਂ ਕਰਕੇ ਹੈ। ਤੂੰ ਇਹ ਸੁਭਾਅ ਇਦਾਂ ਦਾ, ਤੂੰ ਕਹਿੰਦਾ ਵੀ ਭਾਈ ਜਿੱਦਾਂ ਦਾ ਲੇਖਾ ਹੈ ਉਹ ਜੀ ਖੇਡ ਬਣ ਜਾਂਦੀ ਹੈ। ਮਾਲਾ ਸਿੰਘ ਸੁਨ ਕੇ ਰਿਸਿਓ, ਧਨ ਲੈ ਗਿਆਨ ਸੁਨਾਏ। ਹੁਣ ਮਾਲਾ ਸਿੰਘ ਅੱਗੋਂ ਕਹਿੰਦਾ ਧਨ ਲੈ ਕਰਕੇ ਗਿਆਨ ਦੀਆਂ ਗੱਲਾਂ ਕਰਦਾ। ਹੁਣ ਮੇਰੇ ਕੋਲੋਂ ਪੈਸੇ ਲੈ ਕੇ ਹੁਣ ਤੂੰ ਮੈਨੂੰ ਅੱਗੋਂ ਗਿਆਨ ਦੀਆਂ ਗੱਲਾਂ ਸੁਣਾਉਂਦਾ ਹੈ। ਭਨਿਓ ਦੋਹਰਾ ਬਲ ਨਾ ਕਰ, ਧਰਮ ਰੀਤ ਇਸ ਪਾਏ। ਕਹਿੰਦੇ ਫਿਰ ਉਹਨੇ ਆਖਿਆ, ਮਾਲਾ ਸਿੰਘ ਨੇ ਆਖਿਆ, ਧਰਮ ਦੀ ਰੀਤ ਜਿਹੜੀ ਹੈ ਉਹ ਇਸ ਤਰ੍ਹਾਂ ਦੀ ਹੈ। ਦਰਗੇ ਹੋਣ ਸਜਾਈਆਂ, ਝੂਠੇ ਅਮਲ ਜਿਨਾਏ। ਕਹਿੰਦੇ ਜਿਨ੍ਹਾਂ ਦੇ ਅਮਲ ਝੂਠੇ ਨੇ, ਜੀਵਨ ਝੂਠਾ ਹੈ, ਫਿਰ ਦਰਗਾਹ 'ਚ ਸਜ਼ਾ ਮਿਲਦੀ, ਕਿਉਂਕਿ ਉੱਥੇ ਸੱਚੋ ਹੀ ਸੱਚ ਨਿਬੜਾ। ਚੁਣ ਵੱਖ ਕੱਢੇ ਜਜਮਾਲਿਆ, ਥਾਉ ਨਾ ਪਾਇਨ ਕੂੜਿਆਰ। ਝੂਠਾ ਥਾਉ ਨਹੀਂ ਪਾਉਂਦਾ ਉੱਥੇ, ਫਿਰ ਅਲੱਗ। ਮਹਾਰਾਜ ਸੱਚੇ ਪਾਤਸ਼ਾਹ ਬਹੁਤ ਸਪਸ਼ਟ ਕਹਿੰਦੇ ਨੇ। ਸਾਡੇ ਵਰਗੇ ਤਾਂ ਕਹਿੰਦੇ ਕਿਹੜਾ ਧਰਮ ਰਾਜ, ਕਿਹੜੇ ਲੋਕੇ ਜੋਕੇ, ਤੇ ਪਾਤਸ਼ਾਹ ਤਾਂ ਬਾਰ-ਬਾਰ ਕਹਿੰਦੇ ਨੇ
ਕਿ ਜਦੋਂ ਉੱਥੇ ਧਰਮ ਰਾਏ ਜਬ ਲੇਖਾ ਮੰਗੈ, ਮੰਗਿਆ ਜਾਏਗਾ। ਮਤ ਸੋਚ ਅਸੀਂ ਪਰਲੋਕ ਬਾਰੇ ਜਾਣਦੇ ਨਹੀਂ, ਪਰ ਪਰਲੋਕ ਦੀਆਂ ਗੱਲਾਂ ਕਰਦੇ। ਗੁਰਬਾਣੀ ਜਦੋਂ ਕਹਿੰਦੀ ਹੈ ਨਾ, ਫਿਰ ਬਹੁਤ ਕੁਝ ਸਮਝ ਆਉਂਦਾ। ਚਾਰ ਕਿਤਾਬਾਂ ਪੜ੍ਹ ਕੇ ਗਿਆਨੀ ਨਹੀਂ ਹੁੰਦਾ। ਗਿਆਨੀ ਸੋਏ ਜਾਂ ਕੈ ਦ੍ਰਿੜ ਸੋ। ਗਿਆਨੀ ਤਾਂ ਉਹ ਹੈ ਜਿਹਨੂੰ ਪਰਮੇਸ਼ਰ ਯਾਦ ਹੈ, ਵਾਹਿਗੁਰੂ ਚੇਤੇ ਹੈ। ਗੱਲਾਂ ਨਾਲ ਗਿਆਨੀ ਨਹੀਂ ਹੁੰਦਾ। ਤੋ ਸਤਿਗੁਰੂ ਪਾਤਸ਼ਾਹ ਸੱਚੇ ਪਾਤਸ਼ਾਹ ਜੀ ਦੀਆਂ ਹੁਣ ਜਿਹੜੀਆਂ ਗੱਲਾਂ ਨੇ, ਉਹ ਕਹਿੰਦਾ ਮਾਲਾ ਸਿੰਘ ਕਹਿੰਦੇ ਫਿਰ ਜਿਹੜੇ ਝੂਠੇ ਕੰਮ ਕਰਦੇ ਨੇ ਨਾ, ਗੱਲਾਂ ਝੂਠੀਆਂ ਅਮਲ ਕਰਕੇ ਵਿਖਾਉਂਦੇ, ਫਿਰ ਉਹ ਦਰਗਾਹ ਦੇ ਵਿੱਚ ਸਜ਼ਾ ਪਾਉਂਦੇ ਨੇ। ਜਮ ਮਾਰਾਂਗੇ ਮਾਰੀਏ ਰੋਏ ਰੋਏ ਪਛਤਾਏ। ਤੇ ਜਦੋਂ ਜੰਮ ਦੀ ਮਾਰ ਪੈਂਦੀ ਹੈ ਫਿਰ ਰੋਂਦੇ ਪਛਤਾਉਂਦੇ, ਫਿਰ ਬਾਹ ਨਹੀਂ ਕੋਈ ਪਕੜਦਾ। ਫਿਰ ਰੋਣਾ, ਫਿਰ ਪਕੜਦਾ ਨਹੀਂ ਹੈ। ਬਾਬਾ ਵੀ ਉੱਥੇ ਹੀ ਹਾਮੀ ਭਰਦਾ ਹੈ ਜਿੱਥੇ ਸੱਚ ਹੈ। ਝੂਠੇ ਨਾਲ ਤਾਂ ਮਹਾਰਾਜ ਕਹਿੰਦੇ ਹੱਕ ਪਰਾਇਆ ਨਾਨਕਾ, ਉਸ ਸੂਰ ਉਸ ਗਾਏ ਗੁਰ ਪੀਰ ਹਾਮਾ ਤਾਂ ਭਰੈ, ਜਾਂ ਮੁਰਦਾਰ ਨਾ ਖਾਇਆ। ਜਿਹੜਾ ਪਰਾਇਆ ਹੱਕ ਹੈ ਨਾ, ਇਹ ਮੁਰਦਾ ਹੈ, ਤੇ ਗੁਰੂ ਹਾਮੀ ਨਹੀਂ ਭਰਦਾ। ਮਤਾ ਸੋਚੋ ਕਿਤੇ ਮੈਂ ਮਲਕ ਭਾਗੋ ਵਾਂਗੂ ਕਰੋੜਾਂ ਦੀ ਠੱਗੀ ਮਾਰ ਲਈ ਤੇ 10 ਲੱਖ ਰੁਪਇਆ ਗੁਰਦੁਆਰੇ ਚੜਾਤਾ, ਤੇ ਗੁਰੂ ਨਾਨਕ ਮਹਾਰਾਜ ਖੁਸ਼ ਹੋ ਜਾਏਗਾ? ਉਹ ਨਹੀਂ ਖੁਸ਼ ਹੁੰਦਾ। ਹਾਂ, ਪ੍ਰਬੰਧਕ ਖੁਸ਼ ਹੋ ਜਾਣਗੇ, ਉਹ ਗੱਲ ਵੱਖਰੀ। ਉਹ ਹੋ ਜਾਣਗੇ, ਉਹ ਤੁਹਾਡੀ ਜੈ ਜੈਕਾਰ ਵੀ ਕਰ ਦੇਣਗੇ। ਗੁਰੂ ਪ੍ਰਸੰਨ ਨਹੀਂ ਹੁੰਦਾ। ਗੁਰੂ ਤਰੁੱਠੇ ਤੇ ਸਭ ਕੁਝ ਹੈ, ਗੁਰੂ ਨਾ ਤਰੁੱਠੇ ਤੇ ਕੁਝ ਵੀ ਨਹੀਂ। ਤੋ ਸਤਿਗੁਰੂ ਪਾਤਸ਼ਾਹ ਜੀ ਦੀਆਂ ਗੱਲਾਂ ਨੂੰ ਸਮਝਾਉਂਦਾ। ਜਦੋਂ ਜੰਮ ਮਾਰਾਂ ਪੈਂਦੀਆਂ ਨੇ ਨਾ, ਫਿਰ ਉੱਚੇ ਵਿਰਲਾਪ ਕਰਕੇ ਵੀ ਕੋਈ ਬਾਹ ਨਹੀਂ ਫੜਦਾ ਹੈ। ਨਿਸ਼ਾਨੀ ਚੰਦ ਸੁਨਿਓ ਲੋਹਰਾ ਸਿੰਘ ਇਮ ਪੁਨ ਬਾਕ ਕਹੰਦਾ। ਜਦੋਂ ਲਾਹੌਰਾ ਸਿੰਘ ਨੇ ਸੁਣਿਆ, ਫਿਰ ਇੰਜ ਕਹਿੰਦਾ ਹੈ, ਲੇਖਾ ਕੋਏ ਨਾ ਪੁੱਛ ਸੀ ਜਾਂ ਗੁਰ ਬਖਸ਼ੰਦਾ। ਕਹਿੰਦਾ ਜੇ ਗੁਰੂ ਬਖਸ਼ਦੇ ਫਿਰ ਲੇਖਾ ਕੋਈ ਨਹੀਂ ਲੈਂਦਾ। ਇਹ ਚਲਾਕੀਆਂ ਨੇ, ਚਤੁਰਾਈਆਂ ਨੇ। ਕਹਿੰਦੇ ਆ ਨਾ, ਕੇਤੇ ਲੈਲਾ ਮੁਕਰ ਬਾਏ, ਬਸ ਮੇਰੇ ਮਤਲਬ ਦੀ ਤੁਕ ਹੈ, ਪਰ ਇਹ ਨਹੀਂ ਹੈ। ਇੱਕ ਪੰਕਤੀ ਨੂੰ ਆਪਣਾ ਆਧਾਰ ਬਣਾ ਕਰਕੇ ਅਰਥ ਨਹੀਂ ਹੁੰਦਾ, ਸ਼ਬਦ ਸਮਝਣਾ ਪੈਂਦਾ। ਤੇ ਗੁਰੂ ਪਾਤਸ਼ਾਹ ਜੀ ਅੰਤਰ ਆਤਮੇ ਨੂੰ ਦੇਖਣਾ ਉਹਨਾਂ ਨੂੰ। ਜਨੇਊ ਦੀ ਸਾਖੀ ਬੜੀ ਪਿਆਰੀ ਹੈ। ਮਹਾਰਾਜ ਨੇ ਕਿਹਾ ਵੀ ਜਨੇਊ ਮੈਂ ਪਾਵਾਂ, ਪਰ ਕੀ ਨਿਭੇਗਾ? ਕਹਿੰਦਾ ਨਹੀਂ ਨਿਭੇਗਾ। ਉਹਨੂੰ ਪਤਾ ਪੰਡਤ ਹਰਦਿਆਲ ਜੀ ਨੂੰ ਸੜੇਗਾ, ਸਰੀਰ ਸੜੇਗਾ, ਜਨੇਊ ਸੜ ਜਾਂਦਾ। ਪਾਤਸ਼ਾਹ ਕਹਿੰਦੇ ਮੇਰੇ ਕਿਸ ਕੰਮ ਦਾ? ਫਿਰ ਕੀ ਪੰਡਤ ਹਰਦਿਆਲ ਜਗਿਆਸੂ ਸੀ, ਉਹਨੂੰ ਪਤਾ ਸੀ ਅਵਤਾਰ ਹੈ। ਕਹਿੰਦਾ ਮਹਾਰਾਜ ਨਿਭੇਗਾ ਕੀ? ਮਹਾਰਾਜ ਕਹਿੰਦੇ ਦਇਆ, ਸੰਤੋਖ, ਜਤ ਤੇ ਸਤ, ਇਹ ਨਿਭੇਗਾ। ਇਹ ਚੀਜ਼ਾਂ ਨੇ ਆਤਮਾ ਦੀਆਂ। ਜੋ ਨਿਭਦਾ ਹੈ, ਆਤਮਾ ਨਾਲ ਚੱਲਦਾ ਹੈ। ਦਇਆ ਇਹ ਨਾਲ ਚੱਲਦੀ ਹੈ। ਪਰ ਦਇਆ ਇਹ ਨਹੀਂ ਕਿ ਕੀੜਿਆਂ ਦੇ ਭੌਣ ਤੇ ਆਟਾ ਪਾ ਤੇ ਗਊ ਨੂੰ ਰੋਟੀ ਖਵਾਤੀ ਤੇ ਕਿਸੇ ਗਰੀਬ ਨੂੰ 1 ਰੁਪਈਆ ਦੇਤਾ, ਇਹ ਨਹੀਂ। ਸਰਬੱਤ ਦਾ ਭਲਾ, ਜਿਹੜਾ ਬੰਦਾ ਸਾਨੂੰ ਸਭ ਤੋਂ ਮਾੜਾ ਲੱਗਦਾ ਉਹਦਾ ਵੀ ਭਲਾ, ਦਇਆ। ਇਹ ਦਇਆ। ਸੰਤੋਖ, ਅੱਜ ਤੱਕ ਜੋ ਮਿਲਿਆ ਸਾਨੂੰ ਪਰਮੇਸ਼ਰ ਤੋਂ, ਕਿੰਨੀ ਵਾਰ ਦਿਲੋਂ ਸ਼ੁਕਰਾਨਾ ਕੀਤਾ, ਤੇ ਉਲਾਮੇ ਕਿੰਨੀ ਵਾਰ ਦਿੱਤੇ ਨੇ, ਆਪਣੇ ਅੰਦਰ ਲਾ ਲਓ। ਕਿੰਨੀ ਵਾਰ ਅਸੀਂ ਉਲਾਮੇ ਦਿੱਤੇ ਹੋਣਗੇ ਗੁਰੂ ਮਹਾਰਾਜ ਅੱਗੇ, ਰੱਬਾ ਤੂੰ ਮੇਰੇ ਨਾਲ ਆਹ ਕਰਤਾ, ਆਹ ਕਰਤਾ। ਸ਼ੁਕਰ ਕਿੰਨੀ ਵਾਰ ਕੀਤਾ। ਸੰਤੋਖ ਸੇ ਸ਼ੁਕਰ ਨਿਕਲਦਾ, ਜੋ ਹੈ ਵਾ ਭਲਾ। ਸ਼ੁਕਰ, ਸੰਤੋਖ, ਜਤ ਆਚਰਣ ਤੇ ਸਤ। ਤੇ ਸੱਚ ਕੇਵਲ ਇੱਕੋ ਹੀ ਹੈ, ਵਾਹਿਗੁਰੂ, ਬਸ। ਬਾਕੀ ਕੁਛ ਸੱਚ ਨਹੀਂ ਹੈ। ਬਾਣੀ ਵੀ ਵਾਹਿਗੁਰੂ ਹੀ ਹੈ। ਅਸੀਂ ਗੁਰਬਾਣੀ ਕਹਿੰਦੇ ਪਰ ਪਰਮੇਸ਼ਰ ਹੀ ਹੈ। ਨਾਮ ਜਿੰਨਾ ਬਦਲੀ ਜਾਈਏ, ਪਰਮੇਸ਼ਰ ਹੈ। ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ।
ਵਿੱਚ ਹੈ, ਆਪ ਹੈ, ਬਾਣੀ ਸੱਤ ਹੈ, ਇਹ ਸੱਤ ਹੈ ਬਸ, ਬਾਕੀ ਕੁਝ ਸੱਤ ਨਹੀਂ ਹੈ, ਆ ਸੱਤ ਹੈ। ਇਹਦਾ ਜੋ ਇੱਕ ਇੱਕ ਬਚਨ ਮੰਨ ਲਿਆ ਫਿਰ ਉਹ ਸੱਤ ਹੈ, ਹੋਰ ਕੁਝ ਸੱਤ ਨਹੀਂ ਹੈ। ਤਾਂ ਇਹ ਸਭ ਕਹਿੰਦੇ ਨੇ ਇਹ ਆ ਅਮਲ, ਗੱਲਾਂ ਨਾਲ ਨਹੀਂ। ਕਹਿੰਦਾ ਲੇਖਾ ਕੋਈ ਨਾ ਪੁੱਛੇ ਜਾਂ ਗੁਰ ਬਖਸ਼ਣ ਦਾ। ਕਥਾ ਕਰਨੀਆਂ ਬੰਦਾ ਬਹੁਤ ਜਾਣਦਾ, ਪਰ ਉੱਥੇ ਕਥਾ ਨਹੀਂ ਚੱਲਣੀ, ਉੱਥੇ ਗਿਆਨ ਦੀਆਂ ਗੱਲਾਂ ਨਹੀਂ ਚੱਲਣੀਆਂ, ਉੱਥੇ ਤਾਂ ਸੱਚ ਚੱਲਣਾ। ਤੇ ਦਰਗਾਹ 'ਚ ਸੱਚ ਹੋਣਾ, ਸਭ ਨੇ ਜਾਣਾ, ਸਭਨਾ ਸਹੁਰੇ ਮੰਨਣਾ, ਪਰ ਕਦੀ ਸਾਨੂੰ ਚਿੰਤਾ ਹੀ ਨਹੀਂ ਅੱਗੇ ਦੀ। ਇੱਥੇ ਲਈ ਤਾਂ ਅਸੀਂ ਬੜਾ ਬੈਂਕਾਂ 'ਚ ਪੈਸੇ ਇਕੱਠੇ ਕਰ ਕਰਕੇ ਜਮ੍ਹਾਂ ਕਰਦੇ ਹਾਂ, ਹੋਰ ਪਾਸੇ ਇਕੱਠੇ ਕਰ ਲੈਂਦੇ ਹਾਂ, ਸੋਨਾ ਲੈ ਲੈਂਦੇ ਹਾਂ। ਮੈਂ ਮਰ ਕੇ ਜੋ ਨਾਲ ਜਾਣਾ ਇਕੱਠੇ ਹੀ ਨਹੀਂ ਕਰਦੇ, ਕਮਾਲ ਹੈ, ਚਿੰਤਾ ਹੀ ਕੋਈ ਨਹੀਂ। ਵਾਹਿਗੁਰੂ ਦਾ ਨਾਮ ਨਾਲ ਜਾਣਾ, ਚਿੰਤਾ ਹੀ ਕੋਈ ਨਹੀਂ, ਉਹ ਹੈ ਹੀ ਨਹੀਂ ਚਿੰਤਾ। ਤਾਂ ਫਿਰ ਹੁਣ ਇਹ ਸਵਾਲ ਹੈ ਨਾ, ਲੇਖਾ ਕੋਈ ਨਾ ਪੁੱਛੀ ਜਾਂ ਗੁਰ ਬਖਸ਼ਣ ਦਾ। ਜਦੋਂ ਏਦਾਂ ਉਹਨੇ ਉੱਚੀ ਦੇਣੀ, ਭਾਈ ਲਾਹੌਰਾ ਸਿੰਘ ਨੇ ਭਾਈ ਮਾਲਾ ਸਿੰਘ ਨੂੰ ਕਿਹਾ ਹੈ, ਸੁਨੀ ਤੁਕਾਂ ਸਭ ਸਤਿਗੁਰੂ ਮੰਦਰ ਪਰ ਨੇਰੇ। ਹੁਣ ਮਹਾਰਾਜ ਤੱਕ ਆਵਾਜ਼ ਜਾ ਰਹੀ ਸੀ ਉੱਪਰ ਤੇ ਸਭ ਸੁਣ ਰਹੇ ਸੀ ਕੀ ਗੱਲਾਂ ਇਹ ਸਿੱਖ ਜਿਹੜੇ ਨੇ ਆਪਸ ਵਿੱਚ ਕਰ ਰਹੇ ਹਨ। ਹਿਰਦੇ ਬਿਰਤੰਤ ਵਿਚਾਰਿਓ ਸਿੱਖ ਸੇਵਕ ਮੇਰੇ। ਹੁਣ ਵਿਚਾਰਦੇ ਨੇ, ਕਹਿੰਦੇ ਸਿੱਖ ਤਾਂ ਦੋਵੇਂ ਹੀ ਮੇਰੇ ਨੇ। ਬਿਰਤਾਂਤ ਵਿਚਾਰਦੇ ਨੇ ਮਹਾਰਾਜ ਨੇ। ਦੇਖੋ ਸਤਿਗੁਰ ਵੀ ਦਿਆਲੂ ਹੈ, ਉਹਨੇ ਫਿਰ ਵੀ ਭਲਾ ਕਰਨਾ ਹੈ ਕਿ ਸਵਾਰਦਾ ਗੁਰੂ, ਸਰਾਪਦਾ ਨਹੀਂ ਹੈ, ਸਵਾਰਦਾ। ਸਰਾਪ ਦਿੰਦੇ ਸਨ ਰਿਸ਼ੀ। ਇੱਕ ਦੁਰਵਾਸ਼ਾ ਰਿਸ਼ੀ ਨੇ ਸਰਾਪ ਦਿੱਤਾ ਸੀ, ਯਾਦਵਾਂ ਦੀ ਕੁੱਲ ਖਤਮ ਹੋ ਗਈ, ਇੱਕ ਸਰਾਪ। ਤੇ ਗੁਰੂ ਇੱਕ ਬਚਨ ਕਰਦਾ, ਕੁੱਲ ਸਵਾਰ ਦਿੰਦਾ। ਤੋ ਗੁਰੂ ਸਾਹਿਬ ਜੀ ਨੇ ਸਾਰੀ ਗੱਲ ਜਿਹੜੀ ਉਹਨਾਂ ਦੋਨਾਂ ਦੀ ਸੁਣੀ, ਮਾਲਾ ਸਿੰਘ ਦੀ ਵੀ ਲਾਹੌਰਾ ਸਿੰਘ ਦੀ ਵੀ, ਗੁਰੂ ਮਹਾਰਾਜ ਨੇ ਸੁਣੀ ਹੈ। ਧਨ ਲੈ ਧੱਕਾ ਕਰ ਰਹੇ ਹੋ ਰਿਣ ਨਾਏ ਨਾ ਦੇਤਾ। ਕਹਿੰਦੇ ਦੇਖੋ ਧਨ ਲਿਆ, ਹੁਣ ਧੱਕਾ ਕਰਦਾ ਪਿਆ ਤੇ ਕਰਜ਼ਾ ਵਾਪਸ ਮੋੜਦਾ ਨਹੀਂ ਹੈ। ਦਿਓ ਭਾਰ ਇਨ ਗੁਰੂ ਪਰ ਤਰ ਲੋਭ ਅਚੇਤਾ। ਤੇ ਕਹਿੰਦੇ ਸਾਰਾ ਗੁਰੂ ਤੇ ਸੁੱਟੀ ਜਾਂਦਾ, ਵੀ ਲੋਭ ਕਰਕੇ ਗੁਰੂ ਤੇ ਸੁੱਟੀ ਜਾਂਦਾ, ਵੀ ਮਹਾਰਾਜ ਬਖਸ਼ ਲੇਗਾ, ਆਪੇ ਹੀ ਬਖਸ਼ ਲੇਗਾ। ਇਸ ਤਰ੍ਹਾਂ ਸਤਿਗੁਰੂ ਵਿਚਾਰਦੇ ਨੇ ਕਿ ਦੇਖੋ ਕਿਵੇਂ ਕਰ ਰਿਹਾ ਲਾਹੌਰਾ ਸਿੰਘ, ਸਭ ਕੁਝ ਲੋਭ ਦੇ ਵਿੱਚ ਅਚੇਤ ਹੋ ਕਰਕੇ ਗੁਰੂ ਤੇ ਸੁੱਟ ਰਿਹਾ ਹੈ। ਕਰ ਕੈ ਖੋਟੇ ਅਮਲ ਕੋ ਤੁਕ ਪੜੀ ਸੁਨਾਈ। ਕਰਮ ਖੋਟੇ ਨੇ ਤੇ ਬਾਣੀ ਦੀਆਂ ਤੁਕਾਂ ਜੜੀਆਂ ਨੇ ਉਹ ਸੁਣਾ ਕੇ ਅਮਲ ਦੀਆਂ ਗੱਲਾਂ ਕਰਦਾ ਹੈ। ਹਮ ਕੋ ਭਾਰ ਨਾ ਹੋਏ ਕਿਮ ਮਨ ਮੈਂ ਠਹਿਰਾਈ। ਤੇ ਕਹਿੰਦੇ ਵੀ ਸਾਡੇ ਤੇ ਭਾਰ ਨਾ ਹੋਵੇ, ਏਦਾਂ ਮਹਾਰਾਜ ਜੀ ਵਿਚਾਰਦੇ ਨੇ। ਦੋਹਰਾ ਸਹਿਜ ਸੁਭਾਇਕ ਆਪਈ ਸਤਿਗੁਰ ਕਯੋ ਸੁਨਾਏ। ਹੁਣ ਗੁਰੂ ਪਾਤਸ਼ਾਹ ਜੀ ਨੇ ਸਹਿਜ ਸੁਭਾਇਕ ਫਿਰ ਸੁਣਾਇਆ ਉਹਨੂੰ, ਉਹਨਾਂ ਨੂੰ ਸਮਝਾਇਆ ਹੈ। ਕਯੋ ਸੁਨਾਏ ਉੱਤਰ ਦੇ ਤੁਖ ਪ੍ਰਥਮ ਕੋ ਜਥਾ ਜੋਗ ਜਿਸ ਪਾਏ। ਫਿਰ ਮਹਾਰਾਜ ਨੇ ਤੁਕ ਬਣਾ ਕੇ ਇਦਾਂ ਕਹੀ ਕਿ ਜਿੱਦਾਂ ਯਥਾਰਥ ਗੱਲ ਹੈ, ਜੋ ਸੱਚ ਗੱਲ ਹੈ ਉਹ ਗੁਰੂ ਸਾਹਿਬ ਜੀ ਨੇ ਆਖੀ ਹੈ। ਖਾਵੇ ਖਰਚ ਨਾ ਦਰੋਹ ਕਰ ਰਹੀਐ ਬੰਦ ਹਜ਼ੂਰਾ। ਮਹਾਰਾਜ ਕਹਿੰਦੇ ਖਾਂਦੇ ਆ ਖਰਚਦੇ ਆ, ਕਪਟ ਨਹੀਂ ਕਰੀਦਾ, ਦੋਵੇਂ ਹੱਥ ਜੋੜ ਹਜ਼ੂਰੀ ਚ ਰਹੀਦਾ। ਖਾ ਖਰਚ ਕੇ ਤੇ ਖੋਟਾ ਬਣ ਨਹੀਂ ਕਰੀਦਾ, ਏਦਾਂ ਮੰਦਾ ਕਰਮ ਨਹੀਂ ਕਰੀਦਾ। ਸਮਝ ਕਰੋ ਨਿਜ ਕਿਰਿਆ ਸਭ ਜਿਸ ਤੇ ਧਰਮ ਨਾ ਦੂਰ। ਮਹਾਰਾਜ ਸੱਚੇ ਪਾਤਸ਼ਾਹ ਕਲਗੀਧਰ ਕਹਿੰਦੇ ਵੀ ਸਮਝ ਕੇ ਦੇਖੋ ਕਰਮ ਕਰ ਕਿ ਧਰਮ ਤੋਂ ਦੂਰ ਨਾ ਚਲਾ ਜਾਵੇਂ। ਮਤਾ ਕੋਈ ਐਸਾ ਕਰਮ ਕਰ ਦੇ ਕਿ ਤੂੰ
धर्म तो दूर चला जावे। पुन उत्तर तुक दूसरी ऊंचे पनी सुनाए। फिर दूसरी तुक जड़ी है उच्ची देनी आखी है। जैसे कर्म करता करे तैसा गुर भुगताए। जिद्दां दा कर्म करता करदा, करता मतलब करन वाला, जो कर्म कर रहा गुरु भी फिर ओहो जिहा ही भुगताउंदा। जो तू कर्म कर रहा ना जिस भावना नाल, ते गुरु बादशाह भी फिर उदां ही भुगताउंदा। इन्हें ये नहीं कि तू तुका सुना देगा तो तू बच जावेगा। महाराज कहते जिद्दां दी तू गल कर रहा ना, तो फिर तेरा भुगतान भी जिहड़ा है उसे तरह का होवेगा। श्री मुखवाक महला पहला, हक पराया नानका उस सूअर उस गाए। हुण उच्ची देनी फिर पातशाह जी आसा दीवार चों सुनाउंदे, हक पराया नानका। गुरबाणी चों सुनाउंदे, हक पराया नानका उस सूअर उस गाए। हुण ये गल वैसे तो मुसलमानों नूं कही है, मुसलमान सूर नहीं खांदे, नफरत करते। पर जे कोई कहंदे पराया हक खांदा सूर खाण दे समान है, एक मुसलमान नहीं। ते हिंदू जिहड़ा गऊ की पूजा करदा, ते जे पराया हक खांदा है ते फिर गऊ खाण दे बराबर है। सतगुरु सच्चे बादशाह ने कहा, पर सिख लई भी है। पराया हक खांदा गुरु हामी नहीं भरदा, साडे लई भी है। मलक भागो की कदी हामी नहीं, भाई लालो दी है। पर मता सोचो किते गरीब नूं पुछदा, अमीरां दी भी बड़ी कदर है। गुरु सब नूं प्यार करदा। मत सोचो कि मैं अमीर हाँ तो दयालु नहीं। राजा राय बुलार वर्गा अमीर किने होना। 17,500 किले गुरु नानक साहब के नाम लवाए उन्हें, ते अपने नाम ते रखी हुई राय भोए की तलवंडी नूं बदल के पटिया च उन्हें अपने ननकाना साहब लिखिया। ये उन्हें लिखिया राय बुलार जी ने। ते अमीर सिख है, अमीर है, पर पातशाह उन्होंने भी बड़ा प्यार करते हैं। ते भाई लालो नूं, भाई मरदाने नूं भी करते हैं। दाई दौलतां भी गरीब है, उन्होंने भी बड़ा प्यार करते हैं। सतगुरु तो सब नूं करते हैं। पर गल इत्थे है कि प्यार वाला होवे, सेवा वाला होवे। अमीर गरीब की गल नहीं, पर पराया हक कोई भी खाएगा, चाहे अमीर है चाहे गरीब है। फिर महाराज कहते ये सूर ते गां जिवें हिंदू ते मुसलमान लई उन्हां दे खाण दे जिवें उन्हां लई ऐदां खाण दे बराबर है। गुर पीर हामा ता परे जा मुरदार न खाए। गुरु हामी तां भरदा जे मुर्दा ना खावे। सो बादशाह जी ऐदां सच समझाउंदे ने, लाहौरा सिंह दा दिल बदलदे ने। गुरु महाराज कल्ला बचन नहीं कहते, अंदरों बदल भी देंगे। ये भी गल है, ये सतगुरु के अंदर ही बख्शिश शक्ति सी कि बचन करके जीवन बदल देना, बचना नाल ही बदल देना। सज्जन ठग नूं बचना नाल ही बदलिया सी, बाबर नूं बचना नाल ही बदलिया सी। ये असीम शक्ति गुरु नानक साहब महाराज जी। सो इतिहास इसे तरह ही लड़ीवार जिहड़ा अगे चलता रहेगा। बड़े प्रेम नाल आप सारिਆਂ ने गुरु इतिहास सुनिया। 2 मिनट सिमरन करना, बस 2 मिनट। उस तो बाद आप समाप्ति करांगे। मन बिरती एकाग्र है तो फिर आप समाप्ति करांगे। धन गुर नानक, 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 धन गुर नानक,
ਨਾਨਕ ਧੰਨ ਗੁਰ ਨਾਨਕ। ਧੰਨ ਗੁਰ ਨਾਨਕ, ਧੰਨ ਗੁਰ ਨਾਨਕ। ਵਾਹਿਗੁਰੂ 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 ਵਾਹਿਗੁਰੂ